TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਵੇਗਾ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਟਾਈਮ ਦੇ ਉੱਤੇ ਜੋ ਸਾਊਥ ਏਸ਼ੀਆ ਦੇ ਵਿੱਚ ਜੋ ਭੂਗੋਲਿਕ ਸਥਿਤੀ ਇਸ ਟਾਈਮ ਦੇ ਉੱਤੇ ਸਾਰੀ ਬਣੀ ਹੋਈ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜੋ ਸਥਿਤੀ ਇਸ ਟਾਈਮ ਦੇ ਉੱਤੇ ਹੈ, ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਜੋ ਇਸ ਟਾਈਮ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ ਹਲਚਲ ਮੱਚੀ ਹੋਈ ਆ, ਉਸ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਗੱਲਬਾਤ ਕਰਨ ਵਾਸਤੇ ਸਰਦਾਰ ਅਜੇਪਾਲ ਸਿੰਘ ਜੀ ਬਰਾੜ, ਜਿਹੜੇ ਕਿ ਜੀਓ ਪੋਲੀਟਿਕਸ ਦੇ ਮਾਹਿਰ ਨੇ, ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲ ਆਪਾਂ ਸਾਰਾ ਜਿਹੜਾ ਹੈ ਇਸ ਸਥਿਤੀ ਬਾਰੇ ਜਾਣਕਾਰੀ ਜਿਹੜੀ ਉਹ ਲਵਾਂਗੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਅਤੇ ਫਿਰ ਆਪਾਂ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਸਰਦਾਰ ਅਜੇਪਾਲ ਸਿੰਘ ਬਰਾੜ ਜੀ, ਤੁਹਾਡਾ ਸਵਾਗਤ ਹੈ TV 16 ਟੋਰਾਂਟੋ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਰਾੜ ਸਾਹਿਬ, ਆਪਾਂ ਗੱਲਬਾਤ ਇੱਥੋਂ ਹੀ ਸ਼ੁਰੂ ਕਰ ਲੈਂਦੇ ਹੈਗੇ ਹਾਂ ਕਿ ਜਿੱਦਾਂ ਮੈਂ ਗੱਲਬਾਤ ਕੀਤੀ ਹੈ ਕਿ ਇਸ ਟਾਈਮ ਦੇ ਉੱਤੇ ਜੇ ਸਾਊਥ ਏਸ਼ੀਆ ਦੀ ਰਾਜਨੀਤੀ ਨੂੰ ਦੇਖਣਾ ਹੋਵੇ ਜਾਂ ਪੂਰੀ ਜੀਓ ਪੋਲੀਟਿਕਸ ਨੂੰ ਦੇਖਣਾ ਹੋਵੇ ਤੇ ਇਸ ਟਾਈਮ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ ਜਿਹੜੀ ਹਲਚਲ ਪੈਦਾ ਹੋਈ ਆ ਇਸ ਸਥਿਤੀ ਨੂੰ ਲੈ ਕੇ, ਸੋ ਉਹਦੇ ਤੇ ਆਪਾਂ ਜੇ ਆਪਾਂ ਨਜ਼ਰ ਮਾਰਨੀ ਹੋਵੇ, ਮੋਟੀ ਨਜ਼ਰ ਮਾਰਨੀ ਹੋਵੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਨਜ਼ਰੀਏ ਤੋਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਰਲਡ ਪੋਲੀਟਿਕਸ ਕਿੱਧਰ ਨੂੰ ਜਾਵੇਗੀ? ਕਿ ਜਿਹੜਾ ਅਮਰੀਕਾ ਦਾ ਜਾਂ ਆਪਾਂ ਵੈਸਟ ਦਾ ਜਿਹੜਾ ਪ੍ਰਭਾਵ ਆ ਉਹ ਜਾਂਦਾ ਲੱਗਦਾ ਦਿਖ ਰਿਹਾ ਹੈਗਾ, ਤੇ ਇਹਦੇ ਪਿੱਛੇ ਸਾਰਾ ਜੋ ਕੁਝ ਹੋਇਆ ਬੀਤਿਆ, ਇਹਦੇ ਤੇ ਤੁਹਾਡਾ ਜਿਹੜਾ ਹੈ ਉਹ ਨਜ਼ਰੀਆ ਕੀ ਕਹਿੰਦਾ ਹੈਗਾ ਜੀ? ਆਇਆ ਜੀ ਕਿ ਡੈਫੀਨੇਟਲੀ ਇੱਕ ਐਟ ਦੀ ਮੋਮੈਂਟ ਜੇ ਅੱਜ ਦੇ ਸਿਚੁਏਸ਼ਨ ਚ ਵੇਖੀਏ ਤਾਂ ਅਮਰੀਕਾ ਤੇ ਜਿਹੜੇ ਪੱਛਮੀ ਮੁਲਕ ਹੈਗੇ ਆ, ਇਹ ਇੱਕ ਜੇ ਨਾਟੋ ਵਾਲੇ ਮੁਲਕ ਇੱਕ ਵਾਰੀ ਉਹਨਾਂ ਨੂੰ ਪਿੱਛੇ ਹਟਣਾ ਪੈ ਗਿਆ ਉੱਥੋਂ ਅਫਗਾਨਿਸਤਾਨ ਚੋਂ। ਪਰ ਇਹ ਕਹਿ ਦੇਣਾ ਕਿ ਵੀ ਇਹ ਪ੍ਰਭਾਵ ਇਸੇ ਤਰੀਕੇ ਨਾਲ ਜਾਂਦਾ ਰਹੂਗਾ, ਇਹ ਸ਼ਾਇਦ ਬਹੁਤ ਪ੍ਰੀਮੈਚੁਰ ਹੋਵੇ ਜਾਂ ਬਹੁਤ ਅਰਲੀ ਕਹਿਣਾ ਹੋਵੇ, ਕਿਉਂਕਿ ਅਮਰੀਕਾ ਦੀਆਂ ਹਾਰਾਂ ਸਨਅਤ ਦੇ ਵਿੱਚ ਵੀ ਤੇ ਜੰਗਾਂ ਦੇ ਵਿੱਚ ਵੀ ਖਾਂਦਾ ਰਿਹਾ ਤੇ ਫਿਰ ਉਦੋਂ ਬਾਅਦ ਉਦੋਂ ਵੀ ਸਟਰੋਂਗ ਹੋ ਕੇ ਨਿਕਲਦਾ। ਜਿਵੇਂ ਇਹਦੇ ਦੋ ਉਦਾਹਰਨ ਹੈਗੇ ਆ ਕਿ ਇਸੇ ਤਰੀਕੇ ਦੇ ਹਾਲਾਤਾਂ ਚੋਂ ਹੀ ਅਮਰੀਕਾ ਵੀਅਤਨਾਮ ਚ 1975 ਚ ਨਿਕਲਿਆ ਸੀ, ਪਰ ਫਿਰ ਆਪਾਂ ਵੇਖਿਆ ਕਿ ਉਹ ਰੂਸ ਨਾਲ ਉਹਨੇ ਜਿਹੜੀ ਉਹਦੀ ਕੋਲਡ ਵਾਰ ਸੀਗੀ ਉਹ ਚ ਰੂਸ ਦੇ ਮੁਕਾਬਲੇ ਜੇਤੂ ਰਿਹਾ। ਦੂਸਰਾ, ਸਨਅਤ ਦੇ ਵਿੱਚ ਵੀ ਜਾਪਾਨ ਨੇ ਇੱਕ ਵਾਰੀ ਬਹੁਤ ਸਟਰੋਂਗਲੀ ਅਮਰੀਕਾ ਨੂੰ ਦਬਾ ਲਿਆ ਸੀ, ਪਰ ਅਮਰੀਕਾ ਦੀ ਫਿਰ ਬਹੁਤ ਵੱਡੀ ਰਿਸਰਜੈਂਸ ਹੋਈ ਹੈ ਸਨਅਤ ਨੂੰ ਲੈ ਕੇ, ਮਤਲਬ ਅੱਡ ਤਰ੍ਹਾਂ ਦੀ ਇੰਡਸਟਰੀ ਨੂੰ ਇਨੋਵੇਟਿਵ ਹੋਣ ਲੱਗ ਕੇ ਜੀ। ਪਰ ਡੈਫੀਨੇਟਲੀ ਬਹੁਤ ਵੱਡਾ ਸੈਟਬੈਕ ਹੈਗਾ ਜਿੱਥੇ ਰੂਸ ਚੀਨ ਦੋ ਵੱਡੇ ਮੁਲਕ ਇਕੱਠੇ ਹੋ ਕੇ ਉਹਨਾਂ ਨੇ ਇੱਕ ਤਰ੍ਹਾਂ ਅਮਰੀਕਾ ਨੂੰ ਉੱਥੋਂ ਉਹਦਾ ਇਨਫਲੂਐਂਸ ਬਿਲਕੁਲ ਕੱਢਤਾ। ਤੇ ਇਹ ਪਹਿਲੀ ਵਾਰ ਹੋਇਆ ਹੋਣਾ ਪਿਛਲੇ 150-200 ਸਾਲਾਂ ਦੇ ਵਿੱਚ ਕਿ ਅਮਰੀਕਨ ਜਾਂ ਬ੍ਰਿਟਿਸ਼ ਇਨਫਲੂਐਂਸ ਬਿਲਕੁਲ ਉਸ ਇਲਾਕੇ ਚ, ਜਿਹਨੂੰ ਐਂਗਲੋ ਸੈਕਸਨ ਨਸਲ ਦਾ ਜਿਹੜਾ ਇਨਫਲੂਐਂਸ ਆ ਉਸ ਇਲਾਕੇ ਚ ਬਿਲਕੁਲ ਖਤਮ ਹੋ ਗਿਆ ਜੀ ਇੱਕ ਵਾਰ ਜੀ। ਸੋ ਤੁਹਾਡਾ ਕਹਿਣ ਦਾ ਜਿਹੜਾ ਭਾਵ ਹੈਗਾ ਉਹ ਇਹ ਹੈਗਾ ਕਿ ਇਸ ਟਾਈਮ ਦੇ ਉੱਤੇ ਠੀਕ ਆ ਅਮਰੀਕਾ ਤਾਂ ਹਾਰਿਆ, ਪਰ ਇਹਦੇ ਪਿੱਛੇ ਚੀਨ ਤੇ ਰਸ਼ੀਆ ਦੀ ਜਿੱਤ ਨੂੰ ਤੁਸੀਂ ਜਿਹੜਾ ਹੈ ਉਹ ਦਰਸਾਉਂਦੀ ਆ ਇਹ, ਕਿਉਂਕਿ ਇਹ ਸਾਰਾ ਕੁਝ ਜਿਹੜੀ ਆਪਾਂ ਦੇਖ ਰਹੇ ਹਾਂ ਇਸ ਟਾਈਮ ਦੇ ਉੱਤੇ, ਤੇ ਇਸ ਨਜ਼ਰੀਏ ਤੋਂ ਵੀ ਦੇਖਿਆ ਜਾਣਾ ਚਾਹੀਦਾ ਜੀ। ਡੈਫੀਨੇਟਲੀ ਜਿਹੜਾ ਸੀਗਾ ਇਹਨੂੰ ਆਪਾਂ ਦੋ ਮੋਟੇ ਤਰੀਕੇ ਨਾਲ ਵੈਸੇ ਦੇਖੋ, ਔਨ ਫੇਸ ਆਫ ਇਟ ਜਿਹਨੂੰ ਆਪਾਂ ਪੜ੍ਹਾਈ ਵਾਂ ਫੇਸੀਆ ਕਹਿੰਦੇ, ਸਾਹਮਣੇ ਤਾਂ ਆਪਣੇ ਤਾਲਿਬਾਨਾਂ ਦੀ ਜਿੱਤ ਆ ਜਾਂ ਇਹ ਕਹਿ ਲਓ ਕਿ ਵੀ ਇੱਕ ਲੜਾਕੇ ਜਿਹੜੇ ਬਹੁਤ ਦੇਰ ਤੋਂ ਆਪਦੀ ਲੜਾਈ ਲੜ ਰਹੇ ਸੀ ਉਹਨਾਂ ਦੀ ਜਿੱਤ ਆ। ਪਰ ਜੇ ਥੋੜੀ ਜਿਹੀ ਗ੍ਰੈਂਡ ਸਕੇਲ ਤੇ ਵੇਖੀਏ ਆਪਾਂ ਇਹਨੂੰ ਪਿਛਲੇ ਕੋਈ 300-400 ਸਾਲ ਦੀ ਇਤਿਹਾਸ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਦੇਰ ਤੋਂ ਰੂਸ ਜਿਹੜਾ ਹੈਗਾ ਉਹ ਆ ਕੇ ਤਾਜਿਕਸਤਾਨ ਤੱਕ ਆ ਕੇ ਜਿਵੇਂ ਉਹਦੇ ਬਾਰਡਰ ਰੁਕ ਗਏ ਸੀ, ਇਨਫਲੂਐਂਸ ਦਾ ਏਰੀਆ ਰੁਕ ਗਿਆ ਸੀ। ਅਫਗਾਨਿਸਤਾਨ ਉਹਦੇ ਏਰੀਆ ਆਫ ਇਨਫਲੂਐਂਸ ਚ ਰਿਹਾ 1979 ਤੱਕ,
ਪਰ ਉਸ ਤੋਂ ਬਾਅਦ ਉਹ ਜਿਹੜਾ 10-20 ਸਾਲ ਜਦੋਂ ਰੂਸ USSR ਨੇ ਅਫਗਾਨਿਸਤਾਨ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਇਹੀ ਲੋਕ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਮੁਜਾਹਿਦੀਨ ਦੇ ਰੂਪ ਚ ਉਹਦੇ ਨਾਲ ਲੜੇ ਤੇ ਉਹਨੂੰ ਉੱਥੋਂ ਖਦੇੜਿਆ ਉਹਨਾਂ ਨੇ। ਤਾਂ ਅੱਜ ਉੱਥੇ ਰੂਸ ਦਾ ਹੀ ਇਨਫਲੂਐਂਸ ਉੱਥੇ ਦੁਬਾਰਾ ਬਣਿਆ ਤੇ ਨਾਟ ਓਨਲੀ ਉੱਥੇ ਦੁਬਾਰਾ ਬਣਿਆ, ਅੱਗੇ ਪਾਕਿਸਤਾਨ ਚ ਵੀ ਉਹਦਾ ਇਨਫਲੂਐਂਸ ਬਣਿਆ। ਤੇ ਮਾਡਰਨ ਜ਼ਮਾਨੇ ਦੇ ਵਿੱਚ, ਅੱਜ ਦੇ ਜ਼ਮਾਨੇ 'ਚ ਜਦੋਂ ਮਿਲਟਰੀ ਇਨਫਲੂਐਂਸ ਨਾਲੋਂ ਵੀ ਇਕਨੋਮਿਕ ਜਿਹੜਾ ਇਨਫਲੂਐਂਸ ਹੈਗਾ ਉਹ ਜ਼ਿਆਦਾ ਮੈਟਰ ਕਰਦਾ, ਤਾਂ ਇਹ ਹੈ ਕਿ ਉਹ ਰਸ਼ੀਆ ਜਿਹੜਾ ਹੈਗਾ ਉਹ ਜੇ ਅਫਗਾਨਿਸਤਾਨ ਨੂੰ ਸਟੇਬਲਾਈਜ਼ ਕਰ ਜਾਂਦਾ, ਜਿਵੇਂ ਕਿ ਉਹਨੇ ਕਰਤਾ ਹੈ ਆਲਮੋਸਟ ਇਸ ਟਾਈਮ, ਤਾਂ ਜੇ ਸਟੇਬਿਲਿਟੀ ਰਹਿੰਦੀ ਆ ਤਾਂ ਉਹ ਉਹਨਾਂ ਦਾ ਕਨੈਕਸ਼ਨ ਅੱਗੇ ਇੰਡੀਅਨ ਓਸ਼ੀਅਨ ਤੱਕ ਜਿਹੜਾ ਗਰਮ ਪਾਣੀ ਦੀਆਂ ਬੰਦਰਗਾਹਾਂ ਨੂੰ ਰੂਸ ਪਿਛਲੇ 300 ਸਾਲ ਤੋਂ ਲੱਭ ਰਿਹਾ ਸੀ, ਉੱਥੋਂ ਤੱਕ ਉਹ ਪਹੁੰਚ ਜਾਂਦਾ। ਤਾਂ ਇਹ ਰੂਸ ਦੀ ਬਹੁਤ ਵੱਡੀ ਜਿੱਤ ਹੈ ਜੀ ਕਿ ਉਹ ਇਹ ਪੋਸੀਬਲ ਹੋ ਸਕਿਆ। ਦੂਸਰੇ ਪਾਸੇ ਜਿਹੜਾ ਚੀਨ ਹੈਗਾ ਇਹ ਉਹਦੀ ਵੀ ਬਹੁਤ ਵੱਡੀ ਜਿੱਤ ਹੈ ਕਿ ਚੀਨ ਨੇ ਉਸ ਏਰੀਆ ਨੂੰ ਕੰਸੋਲੀਡੇਟ ਕਰਤਾ ਤੇ ਚੀਨ ਦਾ ਜਿਹੜਾ BRI ਨੈਟਵਰਕ ਹੈ ਜਿਹੜਾ ਯੂਰਪ ਤੱਕ ਪਹੁੰਚਦਾ ਹੈ ਉਹ ਇੱਕ ਤਰ੍ਹਾਂ ਸੈਂਟਰਲ ਏਸ਼ੀਆ ਦੇ ਵਿੱਚ ਸੇਫਲੀ ਹੁਣ ਟਰੈਵਲ ਕਰਕੇ ਪਹੁੰਚ ਜਾਊਗਾ। ਅਮਰੀਕਾ ਦੀ ਹਾਰ ਆ ਉੱਥੇ, ਕਿਉਂਕਿ ਅਮਰੀਕਾ ਵੀ ਇੱਕ ਨੈਟਵਰਕ ਬਣਾ ਰਿਹਾ ਸੀ, ਰੋਡ ਨੈਟਵਰਕ, ਉਹ ਸਮਝ ਲਓ ਹੁਣ ਇਸ ਟਾਈਮ ਤਾਂ ਮੌਕਾ ਇਸ ਸਮੇਂ ਜੋ ਨਜ਼ਰ ਆ ਰਿਹਾ ਉਹਦੇ ਚ ਭਾਰਤ ਤੇ ਅਮਰੀਕਾ ਬਹੁਤ ਪਿੱਛੇ ਰਹਿ ਗਏ ਜੀ ਉਸ ਇਲਾਕੇ ਚ ਜੀ। ਸੋ ਸਿਲਕ ਰੂਟ ਦੀ ਤੁਸੀਂ ਗੱਲ ਕਰਦੇ ਪਏ ਹੋ, ਇਹਦਾ ਇਹ ਆਪਾਂ ਜਿਹੜਾ ਕਹਿ ਸਕਦੇ ਹੈਗੇ ਆ ਕਿ ਜਿਹੜਾ ਇਹ ਇਸ ਟਾਈਮ ਦੇ ਉੱਤੇ ਜਿਹੜਾ ਸੋਚ ਰਿਹਾ ਸੀ ਅਮਰੀਕਾ ਜਾਂ ਵੈਸਟ ਸੋਚ ਰਿਹਾ ਸੀਗਾ ਕਿ ਉਹ ਰੂਟ ਅਸੀਂ ਡਿਵੈਲਪ ਕਰ ਲਵਾਂਗੇ, ਅੱਜ ਉਸ ਰੂਟ ਤੇ ਜਿਹੜਾ ਹੈ ਉਹ ਕਿਸੇ ਹੋਰ ਦਾ ਕਬਜ਼ਾ ਹੋ ਚੁੱਕਿਆ। ਬਿਲਕੁਲ ਜੀ, ਜੋ ਦੋ ਰੋਡ ਉੱਥੋਂ ਦੋ ਤਰੀਕੇ ਦੇ ਰੂਟਸ ਨਿਕਲਦੇ ਸੀ ਜੀ, ਇੱਕ ਤਾਂ BRI ਇਨੀਸ਼ੀਏਟਿਵ ਹੈ ਚੀਨ ਦਾ ਜਿਹੜਾ ਸੈਂਟਰਲ ਏਸ਼ੀਆ ਤੋਂ ਹੁੰਦਾ ਹੋਇਆ ਯੂਰਪ ਚ ਜਾਂਦਾ ਸੀ, ਇੱਕ ਇਸੇ ਤਰ੍ਹਾਂ ਪੋਂਪੋਈ ਦੀ ਪਲਾਨ ਸੀਗੀ ਕਿ ਉਹਨੂੰ ਲੈਸਸ ਲਜ਼ੂਲੀ ਰੂਟ ਕਹਿੰਦੇ ਹੈ ਕਿਉਂਕਿ ਉੱਥੇ ਨਾਗ ਤੇ ਆਹੀ ਚੰਗੇ ਜੈਮਸ ਬਹੁਤ ਨਿਕਲਦੀਆਂ ਅਫਗਾਨਿਸਤਾਨ ਤੇ ਉੱਥੋਂ ਲੈ ਕੇ ਉਹ ਤੁਰਕੀ ਦੀਆਂ ਬੰਦਰਗਾਹਾਂ ਤੱਕ ਲਿਆਉਂਦਾ ਸੀ, ਮੈਡੀਟਰੇਨੀਅਨ ਤੱਕ। ਉਹ ਰੂਟ ਜਿਹੜਾ ਹੈਗਾ ਉਹ ਸਮਝ ਲਓ ਹੁਣ ਉਹ ਬਣਨਾ ਨਹੀਂ ਆ, ਉਹ ਰੁਕ ਜੂਗਾ ਇੱਕ ਵਾਰੀ ਤੇ ਅੰਟਰਵਾਲਸ ਕੋਈ ਨਵੀਂ ਪਲਾਨ ਡਿਵੈਲਪ ਹੋਵੇ ਜਾਂ ਉਹਦੇ ਚ ਅਮਰੀਕਾ ਕੁਝ ਕਰ ਸਕੇ। ਪਰ ਚੀਨ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਜਾਂ ਬਹੁਤ ਤੇਜ਼ੀ ਆਈ ਹੈ ਤੇ ਇਹਦਾ ਵੈਸੇ ਬਹੁਤ ਵੱਡਾ ਅਸਰ ਭਾਰਤ ਤੇ ਪਊਗਾ ਜੀ। ਭਾਰਤ ਵੀ ਉਸ ਰੂਟ ਨਾਲ ਕਨੈਕਟ ਹੋਣਾ ਸੀਗਾ ਈਰਾਨ ਦੇ ਚਾਬਹਾਰ ਰੋਡ ਤਾਈਂ, ਪਰ ਉਹ ਹੁਣ ਇਸ ਟਾਈਮ ਆਲਮੋਸਟ ਅਮਰੀਕਾ ਪੱਕੀ ਹੋਣ ਕਰਕੇ ਭਾਰਤ ਨੂੰ ਇਹਦਾ ਬਹੁਤ ਵੱਡਾ ਸੈਟਬੈਕ ਲੱਗਿਆ ਜੀ। ਸੋ ਜੇ ਆਪਾਂ ਉਹਨਾਂ ਦੇ ਆਪਾਂ ਅੱਜ ਚਲੋ ਜਿਹੜਾ ਫਰੰਟ ਫੇਸ ਹੈ ਜਿਹੜਾ ਸਾਨੂੰ ਇਸ ਟਾਈਮ ਦੇ ਉੱਤੇ ਸਾਰਾ ਕੁਝ ਦਿਖ ਰਿਹਾ, ਜਿਹਨੂੰ ਆਮ ਆਪਾਂ ਦੇਖ ਪਾ ਰਹੇ ਹੈਗੇ ਆ ਕਿ ਤਾਲਿਬਾਨ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਫਰੰਟ ਫੁੱਟ ਤੇ ਦਿਖਾਈ ਦੇ ਰਹੇ ਨੇ। ਪਿੱਛੇ ਤਾਕਤਾਂ ਜਿਹੜੀਆਂ ਨੇ ਉਹ ਠੀਕ ਹੈ ਬਿਹਾਈਂਡ ਦਾ ਕਰਟਨਸ ਹੈਗੀਆਂ ਨੇ, ਕੁਝ ਦਿਖ ਵੀ ਰਹੀਆਂ ਨੇ, ਕੋਈ ਕਈਆਂ ਨੂੰ ਨਹੀਂ ਵੀ ਦਿਖਦੀਆਂ ਹੋਣਗੀਆਂ। ਬਟ ਜੇ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਸਾਈਡ ਤੇ ਰੱਖ ਕੇ ਦੇਖਦੇ ਹਾਂ, ਲੇਕਿਨ ਅੱਜ ਜਿਹੜਾ ਤਾਲਿਬਾਨ ਦਾ ਜੋ ਪਿਕਚਰ ਬਣੀ ਹੋਈ, ਜੋ ਤਸਵੀਰ ਬਣੀ ਹੋਈ ਸੀ, ਜਿੱਦਾਂ ਕਿ ਵਰਲਡ ਦਾ ਮੀਡੀਆ ਵੀ ਜਾਂ ਭਾਰਤ ਦਾ ਮੀਡੀਆ ਵੀ ਜਾਂ ਹੋਰ ਕਈ ਮੀਡੀਆ ਵੀ ਜਿੱਦਾਂ ਉਹਨਾਂ ਦੀ ਪਿਕਚਰ ਸ਼ੋਅ ਕਰਦੇ ਪਏ ਸੀ ਪਿਛਲੇ ਸਮੇਂ ਦੇ ਦੌਰਾਨ, ਕੀ ਤਾਲਿਬਾਨ ਨੇ ਪਿਛਲੇ 20 ਸਾਲਾਂ ਦੇ ਵਿੱਚ ਆਪਣੀ ਜਿਹੜੀ ਆਈਡੀਓਲੋਜੀ ਦੇ ਉੱਤੇ ਕੋਈ ਚੇਂਜ ਕੀਤੀ ਆ, ਜਾਂ ਉਹ ਨਵੇਂ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇੱਕ ਅਗਾਂਹ ਵਧੂ ਹੋ ਕੇ ਜਿਹੜੀ ਆਪਣੀ ਪਿਕਚਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਕਿ ਜਾਂ ਉਹਨਾਂ ਨੇ ਸਿਰਫ ਇਹ ਦਿਖਾਵਾ ਹੀ ਆ? ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿਉਂਕਿ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦੇ ਆ ਤੇ ਬਿਲਕੁਲ ਇੱਕ ਅਲੱਗ ਰੂਪ ਦੇ ਵਿੱਚ ਉਹ ਦਿਖਾਈ ਦੇ ਰਹੇ, ਬੜੀ ਸੰਜਮ ਤੇ ਬੜੇ ਠਰਮੇ ਨਾਲ ਉਹ ਹਰ ਚੀਜ਼ ਦਾ ਜਵਾਬ ਦੇ ਰਹੇ ਨੇ ਜੀ। ਵੈਸੇ ਜੀ ਜਦੋਂ ਆਪਾਂ ਸਤਾਹੀ ਰੂਪ ਤੇ ਵੇਖਦੇ ਹਾਂ, ਜੋ ਸਰਫੇਸ ਤੇ ਵੇਖਦੇ ਹਾਂ, ਤਾਂ ਜਦੋਂ 20 ਸਾਲ ਪਹਿਲਾਂ ਤਾਲਿਬਾਨ ਆਏ ਸੀ ਤਾਂ ਉਹਨਾਂ ਨੇ ਇੱਕਦਮ ਗਦਰ ਮਚਾਤਾ ਸੀ, ਕਿਲਿੰਗ ਕੀਤੀਆਂ ਸੀ। ਨਜੀਬੁੱਲਾ ਨੂੰ ਪੈਲਸ ਤੋਂ ਕੱਢ ਕੇ ਇੱਕ ਬਿਜਲੀ ਦੇ ਖੰਭੇ ਨਾਲ ਟਾਂਗਤਾ ਸੀ ਫਾਹਾ ਦੇ ਕੇ ਜੀ, ਠੀਕ ਹੈ ਜੀ। ਤੇ ਐਤਕੀ ਵਾਰ ਜਦੋਂ ਆਏ ਆ ਤਾਂ ਉਹਨਾਂ ਨੇ ਇੱਕ ਮੇਜ਼ ਕੁਰਸੀ ਨੂੰ ਵੀ ਨਹੀਂ ਹਿਲਾਇਆ ਜਾਂ ਤੋੜ ਭੰਨ ਨਹੀਂ ਕੀਤੀ। ਬਹੁਤ ਜ਼ਾਬਤੇ ਚ ਉਹਨਾਂ ਦੀਆਂ ਫੋਰਸਿਸ ਰਹੀਆਂ, ਉਹ ਉਨੀ ਦੇਰ ਕਾਬੁਲ ਚ ਉਹ ਐਂਟਰੀ ਨਹੀਂ ਕੀਤੇ ਜਿੰਨੀ ਦੇਰ ਉਹਨਾਂ ਨੇ ਮੌਕਾ ਨਹੀਂ ਦਿੱਤਾ ਲੋਕਾਂ ਨੂੰ, ਬਾਕੀਆਂ ਨੂੰ ਭੱਜ ਜਾਣ ਦਾ ਵੀ ਮੌਕਾ ਵੀ ਦਿੱਤਾ, ਖੁੱਲ੍ਹ ਵੀ ਦਿੱਤੀ। ਤੇ ਜਿਵੇਂ ਹੁਣ ਆਪਾਂ ਕੱਲ ਪਰਸੋਂ ਤੋਂ ਦੇਖ ਰਹੇ ਹਾਂ, ਜਦੋਂ ਆ ਗਏ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਜਨਰਲ ਐਮਨੈਸਟੀ ਕਰਦੀ ਆ।
ਤੇ ਅਮਨ ਅਮਾਨ ਕਾਇਮ ਕਰਤਾ ਹੈ। ਹਰਾਤ ਵਰਗੇ ਜਾਂ ਕੰਧਾਰ ਵਰਗੇ ਸ਼ਹਿਰਾਂ ਦੇ ਵਿੱਚ ਇੱਕ ਦਿਨ ਕੀ 1 ਘੰਟੇ ਵਾਸਤੇ ਵੀ ਨਾ ਕੋਈ ਪੈਟਰੋਲ ਦੀ ਸਪਲਾਈ ਰੁਕੀ, ਨਾ ਕੋਈ ਹਸਪਤਾਲ ਰੁਕੇ, ਕਿਤੇ ਕੋਈ ਮਾਰਾ ਮਰਾਈ ਨਹੀਂ ਹੋਈ। ਜੇ ਕੋਈ 4 5 ਜਾਂ 10 ਬੰਦੇ ਮਰੇ ਆ ਤਾਂ ਆਪਦੀ ਭਗਦੜ ਚ ਮਰੇ ਆ, ਉਹਨਾਂ ਨੇ ਨਹੀਂ ਮਾਰੇ। ਸੋ ਇਹ ਬਹੁਤ ਵੱਡਾ ਸਤਾਹੀ ਰੂਪ ਤੇ ਜਦੋਂ ਆਪਾਂ ਸਾਹਮਣੇ ਵੇਖਦੇ ਹਾਂ ਪ੍ਰਾਈਮਾ ਫੇਸੀਆ ਤਾਂ ਬਹੁਤ ਵੱਡਾ ਚੇਂਜ ਆਪਾਂ ਨੂੰ ਲੱਗਦਾ ਕਿ ਵੀ ਪਹਿਲਾਂ ਆਏ ਸੀ ਤੇ ਹੁਣ ਆਏ ਆ। ਇਹ ਆਪਣਾ ਸਾਰਾ ਕੁਛ ਜਿਹੜਾ ਹੈਗਾ ਜੀ ਇਹ ਆਈਡੀਓਲੋਜੀ ਡਰਿਵਨ ਨਹੀਂ ਗਾ, ਇਹ ਉਹਨਾਂ ਦੇ ਮੁਫਾਦਾਂ ਦੇ ਹਿਸਾਬ ਨਾਲ ਡਰਿਵਨ ਆ। ਪਹਿਲਾਂ ਵੀ ਮੁਫਾਦਾਂ ਦੇ ਹਿਸਾਬ ਨਾਲ ਡਰਿਵਨ ਸੀ, ਹੁਣ ਵੀ ਮੁਫਾਦਾਂ ਦੇ ਹਿਸਾਬ ਨਾਲ ਡਰਿਵਨ ਆ। ਇਹਦੇ ਵਿੱਚ ਫੰਡਾਮੈਂਟਲ ਜਿਹੜੀ ਸ਼ਿਫਟ ਆ ਇੱਕ ਤਾਂ ਇਹ ਆ ਕਿ ਉਸ ਟਾਈਮ ਦੇ ਤਾਲਿਬਾਨ ਸੀ ਉਹ ਵਹਾਬੀ ਸੁੰਨੀ ਇਸਲਾਮ ਤੋਂ ਫੰਡਡ ਸੀਗੇ, ਮਤਲਬ ਉਹਨਾਂ ਦੀ ਜਿਹੜੀ ਫੰਡਿੰਗ ਸੀ, ਜਿਹੜਾ ਉਹਨਾਂ ਦਾ ਡੋਨਰ ਸੀ ਉਹ ਸਾਊਦੀ ਅਰੇਬੀਆ ਸੀ ਜਾਂ ਉਸ ਤਰ੍ਹਾਂ ਦੇ ਮੁਲਕ ਸੀ ਜਿਹੜੇ ਉਹਨੂੰ ਫੰਡ ਕਰਦੇ ਸੀ। ਸੈਕੰਡ ਜਿਹੜੀ ਉਹਨਾਂ ਦੀ ਫਸਟ ਜਨਰੇਸ਼ਨ ਲੀਡਰਸ਼ਿਪ ਸੀ ਮੁੱਲਾ ਉਮਾਰ ਦੀ, ਉਹ ਬਹੁਤ ਜ਼ਿਆਦਾ ਆਈਡੀਓਲੋਜੀਕਲੀ ਕਿਸੇ ਹੋਰ ਤਰੀਕੇ ਨਾਲ ਇੰਟਰਪ੍ਰੇਟ ਕਰਦੀ ਸੀ ਇਸਲਾਮ ਨੂੰ, ਤੇ ਉਹਨਾਂ ਦਾ ਸਾਥ ਦੇਣ ਵਾਲੇ ਜਿਹੜੇ ਫਾਈਟਰਸ ਸੀਗੇ, ਜਿਹੜੇ ਉਸਾਮਾ ਬਿਨ ਲਾਦਨ ਦੀ ਸੀਗੇ, ਜਿਹੜੇ ਅਲ ਕਾਇਦਾ ਦੇ ਫਾਈਟਰਸ, ਉਹ ਵੀ ਉਹਨਾਂ ਦੇ ਆਪਦੇ ਮੁਫਾਦ ਸੀ ਇਸ ਤਰੀਕੇ ਦਾ ਇਸਲਾਮ ਲੈ ਕੇ ਆਉਣਾ ਜੀ। ਤੇ ਉਦੋਂ ਉਹ ਬਹੁਤ ਜ਼ਿਆਦਾ ਰਾਈਟ ਨਹੀਂ ਸੀ। ਐਸੀ ਵਾਰ ਜਿਹੜਾ ਹੈਗੇ ਉਹਨਾਂ ਦੇ ਡੋਨਰਸ ਆ ਜਾਂ ਉਹਨਾਂ ਨੂੰ ਜਿਹੜੇ ਟ੍ਰੇਨ ਕਰਨ ਵਾਲੇ ਲੋਕ ਆ ਜਾਂ ਉਹਨਾਂ ਨੂੰ ਜਿਹੜੇ ਫੰਡ ਕਰਨ ਵਾਲੇ ਹੈਗੇ ਆ ਫੋਰਸਿਸ ਹੈਗੀਆਂ, ਉਹ ਨਾਨ ਇਸਲਾਮਿਕ ਫੋਰਸਿਸ ਹੈਗੀਆਂ, ਜਿਹੜੀਆਂ ਕੀ ਸਮਝ ਲਓ ਇੱਕ ਪਾਕਿਸਤਾਨ ਨੂੰ ਛੱਡ ਕੇ ਬਾਕੀ ਜਿਹੜੇ ਚਾਈਨਾ ਜਾਂ ਰਸ਼ੀਆ ਜਿਹੜੇ ਉਹਨਾਂ ਨੂੰ ਸਲਾਹ ਦੇ ਰਹੇ ਆ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੱਡੇ ਜੇ ਇੱਥੇ ਰਾਜ ਸਥਾਪਿਤ ਕਰਨਾ ਹੈ ਤਾਂ ਤੁਹਾਨੂੰ ਆਪਦੇ ਕਲਾਵੇ ਚ ਬਹੁਤ ਲੈਣਾ ਤੇ ਤੁਹਾਨੂੰ ਖੁੱਲ੍ਹ ਦੇ ਲਈ ਵਿਖਾਉਣੀ ਤੋਂ ਹਰ ਤਰ੍ਹਾਂ ਦਾ ਬੰਦਾ ਤੁਹਾਡੇ ਨਾਲ ਸਪੋਰਟ ਕਰੇ। ਤਾਂ ਇਹ ਉਹਨਾਂ ਦਾ ਮੁਫਾਦ ਆ ਜਿਹਦੇ ਕਰਕੇ ਉਹ ਇਹਨਾਂ ਚ ਚੇਂਜ ਆਈ ਆ। ਸੈਕੰਡਲੀ ਵੀ ਜਦੋਂ ਆਪਾਂ 15-20 ਸਾਲ ਵਾਸਤੇ ਕੋਈ ਵੀ ਸਟਰਗਲ ਚੱਲਦੀ ਆ ਤੇ ਉਹ ਸਕਸੈਸਫੁਲੀ ਚੱਲਦੀ ਰਹੇ ਤਾਂ ਉਹਦੇ ਵਿੱਚ ਐਵੋਲੂਸ਼ਨ ਵੀ ਆਉਂਦਾ। ਆਪਾਂ ਇਹ ਵੀ ਕਹਿ ਸਕਦੇ ਹਾਂ ਉਹ ਇਵੋਲਵ ਵੀ ਹੋਏ ਆ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਈ। ਤੁਸੀਂ ਦੇਖੋ ਇੱਕ ਬਹੁਤ ਵੱਡੀ ਚੇਂਜ ਹੋਣਾ ਚਾਹੀਦੀ ਹੈ ਜਿਹੜੀ ਪਿਛਲੀ ਵਾਰ ਉਹ ਨਾਰਦਰਨ ਅਲਾਇੰਸ ਜਿਹੜਾ ਸੀਗਾ ਉਹ ਆਪਣਾ ਉਹਨਾਂ ਦੇ ਅਗੇਂਸਟ ਰਹੇ। ਐਤਕੀ ਵਾਰ ਆਪਣਾ ਉਹਨਾਂ ਦਾ ਲੀਡਰ ਦੇ ਮਰਨ ਤੋਂ ਬਾਅਦ ਜਿਹੜਾ ਨੈਕਸਟ ਲੀਡਰ ਅਬਦੁੱਲਾ ਉਹ ਕੋਆਪਰੇਟ ਕਰ ਰਿਹਾ ਪੂਰਾ ਤਾਲਿਬਾਨ ਨਾਲ। ਇੱਕ ਤਾਲਿਬਾਨੀ ਉਹਦੇ ਨਾਲ ਉਹਨੂੰ ਇੱਕ ਆਪਦੀ ਮਿਨਿਸਟਰੀ ਦੇ ਵਿੱਚ ਲੈਣ ਨੂੰ ਲਿਆ। ਉਹਨਾਂ ਨੇ ਪੁਰਾਣੇ ਇੱਕ ਲੀਡਰ ਹਾਮਿਦ ਕਰਜ਼ਾਈ ਨੂੰ ਕੰਟੈਕਟ ਕੀਤਾ। ਸੋ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਜੇ ਨਾਲ ਨਹੀਂ ਲੈ ਕੇ ਚੱਲਦੇ ਤਾਂ ਇੱਥੇ ਡਿਸਟਰਬੈਂਸ ਰਹੂਗੀ, ਇੱਥੇ ਸ਼ਾਂਤੀ ਨਹੀਂ ਰਹੂਗੀ। ਤੇ ਉਹਦੇ ਮਗਰ ਇੱਕ ਉਹਨਾਂ ਦੀ ਆਪ ਦੀ ਐਵੋਲੂਸ਼ਨ ਜਾਂ ਆਪਦੇ ਮੁਫਾਦ ਤਾਂ ਹੈ ਹੀ ਹੈ, ਮਗਰ ਜਿਹੜੇ ਲੋਕ ਪਿੱਛੇ ਉਹਨਾਂ ਨੂੰ ਬੈਕ ਕਰ ਰਹੇ ਆ ਉਹ ਉਹਨਾਂ ਨੂੰ ਬਹੁਤ ਇਸ ਗੱਲੋਂ ਟ੍ਰੇਨਿੰਗ ਦੇ ਰਹੇ ਆ। ਜਿਹੜਾ ਉਹਨਾਂ ਦਾ ਮਿਲਟਰੀ ਡਿਸਿਪਲਿਨ ਆ ਉਹ ਲਾਰਜਲੀ ਜਿਹੜਾ ਹੈਗਾ ਉਹ ਪਾਕਿਸਤਾਨੀ ਟ੍ਰੇਨਿੰਗ ਦਾ ਅਸਰ ਆ ਉਹਨਾਂ ਨੂੰ, ਜਾਂ ਪਾਕਿਸਤਾਨੀ ISI ਦੀ ਟ੍ਰੇਨਿੰਗ ਦਾ ਅਸਰ ਆ, ਪਲੱਸ ਬਹੁਤ ਜ਼ਿਆਦਾ ਪਾਕਿਸਤਾਨ ਆਰਮੀ ਦੇ ਆਫਿਸਰਸ ਤੇ ਪਾਕਿਸਤਾਨੀ ਪੰਜਾਬ ਦੇ ਜਿਹੜੇ ਲੜਾਕੇ ਹੈਗੇ ਆ ਉਹਨਾਂ ਦੇ ਵਿੱਚ ਹੈਗੇ ਆ, ਮਤਲਬ ਤਾਲਿਬਾਨਾਂ ਦੇ ਫਾਈਟਰਸ ਦੇ ਨਾਲ ਅਲੋਂਗ ਵਿਦ ਦੈਮ ਫਾਈਟ ਕਰ ਰਹੇ ਹੈਗੇ ਆ। ਤਾਂ ਉਹਨਾਂ ਚੀਜ਼ਾਂ ਦਾ ਜਿਹੜਾ ਡਿਸਿਪਲਿਨ ਜਿਹੜਾ ਹੁੰਦਾ, ਜਿਹੜੇ ਅਫਗਾਨ ਕਦੀ ਵੀ ਡਿਸਿਪਲਿਨ ਨਹੀਂ ਹੁੰਦੇ ਸੀ, ਉਹ ਇੰਨਾ ਡਿਸਿਪਲਿਨ ਕਿਉਂ ਕਰ ਰਹੇ, ਉਹ ਲਾਰਜਲੀ ਪ੍ਰੋਟੈਕਟੋ ਪਾਕਿਸਤਾਨੀ ਆਰਮੀ ਦਾ ਕਾਰਨ ਹੈਗੀ ਜੀ। ਪਰ ਦੂਸਰੀ ਸਾਈਡ ਦੇ ਉੱਤੇ ਦੇਖਿਆ ਜਾਵੇ ਤਾਂ ਅਫਗਾਨ ਜਿੱਦਾਂ ਹੁਣ ਜੋ ਬਾਈਡਨ ਹੋਣੀ ਆ ਆਪਣੀ ਸਟੇਟਮੈਂਟ ਇੱਕ ਦਿਨ ਪਹਿਲਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਉਹ ਸਟੇਟਮੈਂਟ ਵਿੱਚ ਉਹਨਾਂ ਨੇ ਬੜੀ ਕਲੀਅਰ ਕੱਟ ਕਿਹਾ ਕਿ ਦੇਖੋ ਅਸੀਂ ਤਾਂ ਉਹਨਾਂ ਨੂੰ 20 ਸਾਲ ਜਿਹੜਾ ਹੈ ਉਹ ਟ੍ਰੇਨ ਕਰਦੇ ਰਹੇ। ਟ੍ਰੇਨਿੰਗ ਤੋਂ ਬਾਅਦ ਉਹ ਆਪਣੇ ਆਪ ਹੀ ਹਥਿਆਰ ਛੱਡ ਗਏ ਜਾਂ ਆਪਣੇ ਆਪ ਹੀ ਉਹਨਾਂ ਨੇ ਜਿਹੜਾ ਹੈ ਸਾਡੀ ਟ੍ਰੇਨਿੰਗ ਦਾ ਕੋਈ ਮੁੱਲ ਨਹੀਂ ਪਾਇਆ। ਬਿਲੀਅਨਸ ਆਫ ਡਾਲਰਸ ਅਸੀਂ ਉਹਨਾਂ ਦੇ ਉੱਤੇ ਇਨਵੈਸਟ ਕਰ ਦਿੱਤੇ, ਖਰਚ ਕਰ ਦਿੱਤੇ। ਤੇ ਕੀ ਅਮਰੀਕਾ ਵਰਗੀ ਕੰਟਰੀ ਜਾਂ ਅਮਰੀਕਾ ਵਰਗੀ ਮਿਲਟਰੀ ਜਿਹੜੀ ਆ ਜਦੋਂ ਉਹਨਾਂ ਅਫਗਾਨਾਂ ਨੂੰ ਟ੍ਰੇਨ ਕਰ ਰਹੀ ਸੀਗੀ, ਜਾਂ ਉਸ ਟ੍ਰੇਨਿੰਗ 'ਚ ਕੋਈ ਕਮੀ ਸੀ, ਜਾਂ ਉਹਦੇ 'ਚ ਤੁਸੀਂ ਕੋਈ ਕਰਪਸ਼ਨ ਦਾ ਪਾਰਟ ਦੇਖਦੇ ਹੋ, ਜਾਂ ਕੋਈ ਹੋਰ ਫੈਕਟਰ ਨੇ ਵੀ ਕੰਮ ਕੀਤਾ ਕਿ ਉਹ ਬਿਲਕੁਲ ਹੀ ਜਿਸ ਤਰ੍ਹਾਂ ਸੋਚਦੇ ਸੀਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਫਾਈਟ ਤਾਂ ਦੇਣਗੀ। ਹੁਣ ਇੱਕ ਹੀ ਖਿੱਤੇ ਦੇ ਵਿੱਚ ਰਹਿੰਦੇ ਹੋਈਏ ਅਸੀਂ ਸੁਭਾਵਿਕ ਹੈ ਕਿ ਸਾਡੇ ਸੁਭਾਅ ਵੀ ਸ਼ਾਇਦ ਉਸ ਤਰ੍ਹਾਂ ਦੇ ਹੋਣਗੇ, ਸਾਡੇ 'ਚ ਸਪਿਰਿਟ ਵੀ ਤਕਰੀਬਨ ਉਸ ਤਰ੍ਹਾਂ ਦੀ ਹੋਏਗੀ ਕਿ ਜਾਂ ਉਹ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਚੁੱਕੇ 20 ਸਾਲ ਟ੍ਰੇਨਿੰਗ ਇਹਨਾਂ ਕੋਲ ਲੈਂਦੇ ਰਹੇ ਤੇ ਪ੍ਰਭਾਵਿਤ ਉਹ ਜਿਹੜੇ ਸੀਗੇ ਉਹ ਤਾਲਿਬਾਨਾਂ ਤੋਂ ਸੀ। ਕੀ ਇਹਦੇ ਪਿੱਛੇ ਕੋਈ ਤੁਸੀਂ ਦੇਖਦੇ ਹੋ ਕਿ ਕਿਹੜੇ ਫੈਕਟਰ ਨੇ ਕੰਮ ਜਿਹੜਾ ਹੈ ਉਹ ਕੀਤਾ ਹੋਏਗਾ ਜੀ? ਵੈਸੇ ਤਾਂ ਜੀ ਕਿਉਂਕਿ ਹਲੇ ਤਾਂ ਬਹੁਤ ਅਰਲੀ ਆ ਤੇ ਹਲੇ ਸਾਰਾ ਡੇਟਾ ਅਵੇਲੇਬਲ ਨਹੀਂ, ਤੇ ਇਹਦੀਆਂ ਸਟੱਡੀਜ਼ ਆਉਣ 'ਚ ਹਲੇ ਸਮਾਂ ਲੱਗੂਗਾ ਕਿ ਕੀ ਹੋਇਆ ਸੀਗਾ। ਪਰ ਮੋਟੇ ਤੌਰ ਤੇ ਪਹਿਲੀ ਗੱਲ ਤਾਂ ਇਹ ਆ ਕਿ ਵੀ ਜਿਵੇਂ ਤੁਸੀਂ ਆਖਿਆ ਕਿ ਵੀ
ਆਪਣਾ ਪ੍ਰਭਾਵਿਤ ਹੀ ਨਹੀਂ, ਨਸਲ ਹੀ ਇੱਕੋ ਸੀਗੀ। ਦੋਨੇ ਪਾਸੇ ਜਿਹੜੇ ਲੜਨ ਵਾਲੇ ਲੋਕ ਸੀ ਉਹ ਇੱਕੋ ਨਸਲ ਦੇ ਸੀ। ਜਿਵੇਂ ਆਪਾਂ ਇਹ ਕਹਿ ਦਈਏ ਕਿ ਪੰਜਾਬ ਦੀ ਮਿਲੀਟੈਂਸੀ ਦੇ ਵਿੱਚ ਜਦੋਂ ਹੋਈ ਸੀ ਤੇ ਦੋਨੇ ਪਾਸੇ ਜੇ ਪੰਜਾਬ ਪੁਲਿਸ ਚ ਲੈ ਲਓ ਤੇ ਚਾਹੇ ਖਾੜਕੂ ਜੁਝਾਰੂ ਸੀ, ਤਾਂ ਜਿਹੜੇ ਲੜਾਕੇ ਸੀ ਉਹ ਤਾਂ ਇੱਕੋ ਸਟਾਕ ਚ ਆਉਂਦੇ ਸੀ ਨਾ, ਇੱਕੋ ਪਰਿਵਾਰਾਂ ਚੋਂ ਜਾਂ ਇੱਕੋ ਤਰ੍ਹਾਂ ਦੇ ਲੋਕਾਂ ਚੋਂ ਹੀ ਆ ਰਹੇ ਸੀ। ਉਸੇ ਤਰੀਕੇ ਨਾਲ ਜਿਹੜੇ ਪਸ਼ਤੂਨ ਲੜਾਕੇ ਸੀ, ਜਿਹੜੇ ਅਫਗਾਨ ਨੈਸ਼ਨਲ ਆਰਮੀ ਸੀ ਚਾਹੇ ਉਹ ਤਾਲਿਬਾਨਾਂ ਸੀ, ਉਹ ਦੋਨੇ ਇੱਕੋ ਨਸਲ ਇੱਕੋ ਕਬੀਲਿਆਂ ਦੇ ਹੀ ਲੋਕ ਸੀਗੇ। ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਦੀ ਫਾਈਟਿੰਗ ਕੈਪੇਬਿਲਿਟੀ ਤੇ ਦੂਜੇ ਦੀ ਕੋਈ ਫਾਈਟਿੰਗ ਕੈਪੇਬਿਲਿਟੀ ਦੇ ਵਿੱਚ ਜੈਨੇਟਿਕ ਅਸਰ ਹੋਊਗਾ ਜਾਂ ਮੋਰਲ ਦਾ ਅਸਰ ਹੋਊਗਾ। ਹੁਣ ਅਸਰ ਕਿਹੜੇ ਪਏ? ਪਹਿਲੀ ਗੱਲ ਤਾਂ ਜਿਹੜੇ ਤਾਲਿਬਾਨ ਹੈਗੇ ਆ ਤੇ ਉਹਨਾਂ ਦੇ ਲੋਕਾਂ ਦਾ ਜਿਸ ਤਰੀਕੇ ਨਾਲ ਖੁਸ਼ੀ ਨਾਲ ਉਹਨੂੰ ਲੈ ਰਹੇ ਆ ਤੇ ਜਿਵੇਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ, ਤੇ ਇਹਦਾ ਮਤਲਬ ਇਹ ਹੈ ਜਿਹੜੀ ਪੁਰਾਣੀ ਰਜੀਮ ਸੀ ਉਹਨੂੰ ਆਮ ਅਫਗਾਨ ਜਿਹੜਾ ਸੀ, ਆਮ ਪਸ਼ਤੂਨ ਜਿਹੜਾ ਸੀ, ਉਹਨੂੰ ਚੰਗਾ ਨਹੀਂ ਸਮਝਦਾ ਸੀ। ਉਹਨੂੰ ਐਂ ਲੱਗਦਾ ਸੀ ਜਿਵੇਂ ਅਸੀਂ ਗੁਲਾਮ ਹੈਗੇ ਆ। ਤਾਂ ਇਹ ਬਹੁਤ ਵੱਡਾ ਅਸਰ ਪਿਆ ਹੈਗਾ ਜੀ, ਜਿਹਦੇ ਵਿੱਚ ਉਹ ਜਿਹੜੀਆਂ ਫੌਜਾਂ ਸੀ ਉਹ ਸਰੈਂਡਰ ਕਰ ਗਈਆਂ ਤੇ ਤਕਰੀਬਨ ਕਈ ਜਗ੍ਹਾ ਉਹਨਾਂ ਦੇ ਨਾਲ ਹੀ ਲੱਗ ਗਈਆਂ ਤਾਲਿਬਾਨਾਂ ਦੇ। ਉਹ ਐਕਚੁਅਲੀ ਫੌਜ ਨਹੀਂ ਸੀ, ਥੋੜਾ ਜਿਹਾ ਸਮਝਣਾ ਪਊਗਾ ਕਿ ਉਹ ਪੁਰਾਣਾ ਸਿਸਟਮ ਸੀ ਜੀ, ਉਹ ਆਪਣੇ ਖਿੱਤੇ 'ਚ ਵੀ ਹੁੰਦਾ ਸੀ ਤੇ ਇਹਨਾਂ ਦੇ ਤਾਂ ਹਾਲੇ ਤੱਕ ਉਹ ਚੱਲਦਾ ਸੀ। ਉਹਨਾਂ ਨੂੰ ਮਿਲਟਰੀ ਕੰਟਰੈਕਟਰਸ ਕਹਿੰਦੇ ਆ, ਠੇਕੇਦਾਰ ਕਹਿੰਦੇ ਆ। ਠੇਕੇਦਾਰ ਜਿਹੜੇ ਹੁੰਦੇ ਆ ਉਹ ਆਪਦੇ ਥੱਲੇ ਜਿਵੇਂ ਉਹ ਕਹਿ ਦਿੰਦੇ ਵੀ ਤੂੰ 1000 ਬੰਦੇ ਦੇਂਗਾ, ਤੂੰ 5000 ਬੰਦੇ ਦੇਂਗਾ, ਤੈਨੂੰ ਅਸੀਂ ਪੈਸੇ ਦੇ ਤੂੰ ਉਹਨਾਂ ਨੂੰ ਟ੍ਰੇਨਡ ਕਰਕੇ ਰੱਖ, ਜੋ ਲੋੜ ਪਈ ਅਸੀਂ ਬੁਲਾਵਾਂਗੇ। ਤਾਂ ਉਹਦੇ ਵਿੱਚ ਉਸ ਸਿਸਟਮ ਦੇ ਵਿੱਚ ਉਹ ਠੇਕੇਦਾਰ ਹੀ ਜਿਹੜੇ ਸੀਗੇ, ਉਹ ਜਿਹੜੇ ਬੋਰਡ ਲੌਰਡ ਸੀਗੇ ਉਹ ਤਾਲਿਬਾਨ ਨਾਲ ਹੋ ਤੁਰੇ ਜੀ। ਤੇ ਅਫਗਾਨਿਸਤਾਨ ਦੇ ਵਿੱਚ ਤੇ ਪਹਿਲਾਂ ਪੁਰਾਣੇ ਸਮੇਂ 'ਚ ਭਾਰਤ ਦੇ ਵਿੱਚ ਵੀ ਇਹ ਆਮ ਰਿਵਾਜ ਰਿਹਾ ਕਿ ਵੀ ਜੇ 1000 ਬੰਦੇ ਦੀ ਤਨਖਾਹ ਹੋ ਤੇ ਬੰਦਾ 5-6 ਤੋਂ ਹੀ ਹੁੰਦਾ ਸੀ, ਬਾਕੀਆਂ ਦੀ ਓਵਰ ਬਿਲਿੰਗ ਕਰ ਜਾਂਦੇ ਸੀਗੇ ਜੀ। ਇੱਕ ਤਾਂ ਇਹ ਸੀਗਾ। ਸੈਕੰਡਲੀ ਉਹਦੇ 'ਚ ਬਹੁਤ ਵੱਡੀ ਗੱਲ ਇਹ ਆ ਕਿ ਉੱਥੇ ਨਾ ਜੀ ਮਨੀ ਬੈਗ ਐਕਸਚੇਂਜ ਹੋ ਜਾਂਦੇ ਆ। ਉਹ ਬੰਦਾ ਕਹਿੰਦਾ ਕਿ ਦੱਸੋ ਵੀ ਮੈਨੂੰ ਕੀ ਦਿੰਦੇ ਹੋ ਤੇ ਮੈਂ ਤੁਹਾਡੇ ਨਾਲ ਹੋ ਜਾਣਾ। ਸੋ ਇਹ ਸਾਰਾ ਕੁਛ ਹੀ ਹੋਇਆ ਜੀ। ਕਰਪਸ਼ਨ ਹੋਈ ਆ, ਕੁਛ ਨੈਸ਼ਨਲ ਫੀਲਿੰਗ ਵੀ ਹੋਈ ਆ ਤੇ ਕੁਛ ਪੁਰਾਣੀ ਇਨਐਫੀਸ਼ੀਐਂਸੀਜ਼ ਵੀ ਸੀਗੀਆਂ। ਮਤਲਬ ਆਪਾਂ ਕਿਤੇ ਸਾਰਾ ਮਲਟੀਪਲ ਤਿੰਨਾਂ ਚੀਜ਼ਾਂ ਦਾ ਅੱਡ ਵੇਟੇਜਸ ਆ, ਪਰ ਤਿੰਨੇ ਚਾਰੇ ਸੈਕਟਰਸ ਤੇ ਹੋਏ ਆ। ਆਪਾਂ ਕਿਸੇ ਨੂੰ ਵੱਧ ਘੱਟ ਕਹਿ ਸਕਦੇ ਆ, ਜਨਰਲੀ ਇਹ ਤਿੰਨੇ ਚੀਜ਼ਾਂ ਹੋਈਆਂ ਜੋ ਆਰਮੀ ਤਾਂ ਨਹੀਂ ਲੱਗ ਜੀ। ਸੋ ਇੱਕ ਹੋਰ ਇੱਥੇ ਸਵਾਲ ਬੜਾ ਵੱਡਾ ਜਿਹੜੀ ਇੱਕ ਸਟੇਟਮੈਂਟ ਉਹਨਾਂ ਦੀ ਜਾਂ ਪ੍ਰੈਸ ਕਾਨਫਰੰਸ ਉਹਨਾਂ ਨੇ ਗੱਲ ਕਹੀ ਆ ਕਿ ਜਿਹੜੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਡਰੱਗ ਜਾਂ ਅਫੀਮ ਦੀ ਜਿਹੜੀ ਖੇਤੀ ਆ, ਉਹਦੇ ਤੇ ਉਹਨਾਂ ਨੇ ਇੱਕ ਬੜਾ ਵੱਡੀ ਸਟੇਟਮੈਂਟ ਦਿੱਤੀ ਆ ਕਿ ਅਸੀਂ ਇਹਨੂੰ ਬਿਲਕੁਲ ਜਿਹੜਾ ਹੈ ਉਹ ਬੰਦ ਕਰਾਂਗੇ। ਸੋ ਦੂਸਰਾ ਇੱਕ ਇੱਕ ਸਵਾਲ ਪੈਦਾ ਹੋ ਰਿਹਾ। ਇੱਕ ਦੂਸਰਾ ਜਿਹੜਾ ਉਹ ਪੈਦਾ ਕਿ ਜਿਹੜੀ ਉਹਨਾਂ ਦੀ ਆਈਡੀਓਲੋਜੀ ਆ, ਠੀਕ ਹੈ, ਉਹਨਾਂ ਨੇ ਉਹਦੇ ਵਿੱਚ ਬਹੁਤ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਔਰਤਾਂ ਨੂੰ ਜੇ ਉਹਨਾਂ ਨੂੰ ਅਸੀਂ ਖੁੱਲ੍ਹ ਵੀ ਦਿਆਂਗੇ, ਜੇ ਉਹ ਪੜ੍ਹਨਾ ਚਾਹਣਗੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਪੜ੍ਹਾਵਾਂਗੇ, ਜਾਂ ਉਹਨਾਂ ਜੇ ਕੋਈ ਬੁਰਕਾ ਨਹੀਂ ਵੀ ਪਾਏਗਾ ਚਲੋ ਕੋਈ ਗੱਲ ਨਹੀਂ। ਉਹਨਾਂ ਜਿੱਦਾਂ ਪਾਕਿਸਤਾਨ 'ਚ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਉਹ TV ਚੈਨਲਸ 'ਤੇ ਬੈਠਦੇ ਨੇ ਤੇ ਪੂਰੀ ਆਪਣਾ ਸਿਰ ਵਗੈਰਾ ਢੱਕ ਕੇ ਜਿੱਦਾਂ ਬੈਠਦੇ ਨੇ ਆਪਣੇ ਧਰਮ ਅਨੁਸਾਰ, ਆਪਣੇ ਜੋ ਵੀ ਉਹਨਾਂ ਦੇ ਧਾਰਮਿਕ ਜੋ ਅਕੀਦੇ ਨੇ ਜਾਂ ਧਾਰਮਿਕ ਜੋ ਉਹਨਾਂ ਦੀਆਂ ਪਰੰਪਰਾਵਾਂ ਨੇ। ਸੋ ਜਦੋਂ ਇੱਕ ਆਈਡੀਓਲੋਜੀ ਜਿਹੜੀ ਹੈ ਉਹਨਾਂ ਦੀ ਪਰੰਪਰਾਗਤ ਆਈਡੀਓਲੋਜੀ ਦੇ ਉੱਤੇ ਉਹ ਚੱਲਣਗੇ, ਠੀਕ ਹੈ, ਉਹਨੂੰ ਉਹਨਾਂ ਨੇ ਨਵੀਨ ਕਰ ਦਿੱਤਾ, ਨਵਾਂ ਕਰ ਦਿੱਤਾ ਸਾਰਾ ਕੁਛ। ਸੋ ਇੱਥੇ ਇਹ ਸਮਝਿਆ ਜਾਵੇ ਕਿ ਇਸ ਖਿੱਤੇ ਦੇ ਵਿੱਚ ਇੱਕ ਨਵੀਂ ਰੀਤ ਜਿਹੜੀ ਆ ਉਹ ਪੈ ਰਹੀ ਹੈਗੀ ਆ ਤੇ ਵੈਸਟ ਦਾ ਜਿਹੜਾ ਪ੍ਰਭਾਵ, ਮੈਂ ਪਹਿਲੇ ਵਾਲੀ ਗੱਲ ਹੀ ਕਰਾਂਗਾ ਕਿ ਵੈਸਟ ਦਾ ਜਿਹੜਾ ਪ੍ਰਭਾਵ ਆ ਉਹ ਜ਼ਰੂਰ ਇੱਥੇ ਖਤਮ ਹੋਏਗਾ, ਜਾਂ ਜਿਹੜਾ ਉਹ ਆਪਣੀ ਆਈਡੀਓਲੋਜੀ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਹੁਣ ਚੱਲਣਗੇ ਤੇ ਬਾਅਦ ਵਿੱਚ ਜਾਂ ਉਹਨਾਂ ਦੇ ਉੱਤੇ ਕੋਈ ਸਖਤੀ ਵੀ ਕੀਤੀ ਜਾ ਸਕਦੀ ਹੈ। ਇਹ ਬੜੇ ਵੱਡੇ ਸਵਾਲ ਨੇ। ਯਾਨੀ ਕਿ ਜਿਹੜਾ ਪਹਿਲਾ ਜਿਹੜੀ ਮੈਂ ਅਫੀਮ ਦੀ ਖੇਤੀ ਦੀ ਗੱਲ ਉਹਨਾਂ ਨੇ ਸਟੇਟਮੈਂਟ ਐਡੀ ਵੱਡੀ ਦੇਣੀ, ਸੋ ਉਹਦੇ ਤੇ ਤੁਹਾਡਾ ਨਜ਼ਰੀਆ ਕੀ ਹੈਗਾ ਜੀ? ਜਿਹੜਾ ਜੀ ਜਦੋਂ ਰੂਸ ਤੇ ਅਮਰੀਕਾ ਦੀ ਕੋਲਡ ਵਾਰ ਖਤਮ ਹੋ ਗਈ ਸੀ ਤੇ ਉਦੋਂ ਆਮ ਇਹ ਕਿਹਾ ਜਾਂਦਾ ਸੀਗਾ ਕਿ ਇਹ ਇਤਿਹਾਸ ਦਾ ਅੰਤ ਆ। ਫੂਕੂਯਾਮਾ ਦੀ ਕਿਤਾਬ ਵੀ ਆਈ ਸੀ, ਦੀ ਐਂਡ ਆਫ ਹਿਸਟਰੀ ਜੀ। ਪਰ ਉਹਨਾਂ ਦਿਨਾਂ 'ਚ ਇੱਕ ਹੋਰ ਕਿਤਾਬ ਆਈ ਸੀ, ਹਟਿੰਗਟਨ ਦਾ ਫਿਲਾਸਫੀ ਆਈ ਸੀ, ਦ ਕਲੈਸ਼ ਆਫ ਸਿਵਲਾਈਜੇਸ਼ਨ ਜੀ। ਬਟ ਉਹਦੇ ਇਲਾਵਾ ਵੀ ਹੋਰ ਜੀ ਇੱਕ ਥਾਟ ਐਮਰਜ ਹੋਈ ਸੀ। ਉਹਦੇ 'ਚ ਇਹ ਕਿਹਾ ਸੀ ਕਿ ਵੀ ਅਗਲੀਆਂ ਜਿਹੜੀਆਂ ਜੰਗਾਂ ਹੋਣਗੀਆਂ, ਜਿਹੜੀਆਂ ਕੋਲਡ ਵਾਰਸ ਹੋਣਗੀਆਂ, ਉਹ ਧਾਰਮਿਕ ਤੇ ਆਪਣਾ ਇਹ ਜਿਹੜੀ ਨਿਓ ਲਿਬਰਲ ਸੈਕੂਲਰ ਡੈਮੋਕ੍ਰੈਟਿਕ ਥਾਟ ਆ, ਇਹਦੇ ਵਿੱਚ ਤੇ ਧਾਰਮਿਕ ਥਾਟ ਦੇ ਵਿੱਚ ਹੋਣਗੀਆਂ ਜੀ। ਤਾਂ ਇਹ ਜਿਹੜੀ ਆਪਾਂ ਉਸ ਕੋਲਡ ਵਾਰ ਦਾ ਜਾਂ ਉਸ ਥਾਟ ਦਾ ਆਪਾਂ ਇੱਕ ਰਿਜ਼ਲਟ ਵੇਖਦੇ ਹਾਂ।
ਇਸ ਰਿਜ਼ਲਟ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਫੋਰਸਿਸ ਧਰਮ ਨੂੰ ਪ੍ਰਾਇਮਰੀ ਫੋਰਸ ਮੰਨ ਕੇ ਚੱਲਦੀਆਂ ਜੀ, ਉਹਦੇ ਤੇ ਬੇਸਡ ਸੁਸਾਇਟੀ ਬਣਾਉਣਾ ਚਾਹੁੰਦੀਆਂ, ਇਹ ਉਹ ਸੁਸਾਇਟੀ ਆ। ਪਹਿਲਾਂ ਵੀ ਇਹ ਤਾਲਿਬਾਨਾਂ ਨੇ ਟਰਾਈ ਕੀਤੀ, ਪਰ ਹੁਣ ਉਹਨਾਂ ਨੇ ਦੇਖਿਆ ਕਿ ਸਾਨੂੰ ਵੀ ਆਪਦੇ ਥੋੜਾ ਜਿਹਾ ਚੇਂਜ ਕਰਨਾ ਪਊ। ਹੁਣ ਦੇਖੋ ਜਿਹੜਾ ਪਰਦਾ ਸਿਸਟਮ ਹੈ, ਜਿਹੜਾ ਬੁਰਕਾ ਹੈ ਜਾਂ ਇਹ ਚੀਜ਼ਾਂ, ਇਹ ਕਿਤੇ ਧਰਮ 'ਚ ਨਹੀਂ ਉਹਨਾਂ ਦੇ ਲਿਖੇ, ਆਪਾਂ ਲੋਕ ਬਹੁਤ ਗਲਤ ਇੰਟਰਪ੍ਰੀਟੇਸ਼ਨ, ਇਹ ਸੱਭਿਆਚਾਰ ਦਾ ਹਿੱਸਾ ਹੈਗੀਆਂ। ਤੇ ਇੰਟਰਸਟਿੰਗਲੀ ਜਿਹੜਾ ਇਹ ਸੱਭਿਆਚਾਰ ਅਰਬਾਂ ਦਾ ਵੀ ਨਹੀਂ ਸੀ, ਅਰਬ ਕਬੀਲਿਆਂ ਦੇ ਵਿੱਚ ਵੀ ਜਾਂ ਤੁਰਕ ਕਬੀਲਿਆਂ 'ਚ ਔਰਤਾਂ ਪਾਵਰਫੁਲ ਹੁੰਦੀਆਂ ਸੀਗੀਆਂ ਤੇ ਉਹ ਕੋਈ ਐ ਘੁੰਡ ਨਹੀਂ ਕੱਢ ਕੇ ਬੁਰਕੇ ਨਹੀਂ ਪਾ ਕੇ ਰੱਖਦੀਆਂ ਸੀਗੀਆਂ ਜੀ। ਇਹ ਸਗੋਂ ਸੀਰੀਅਨ ਕ੍ਰਿਸਚੀਅਨਸ ਦਾ ਜਾਂ ਗ੍ਰੀਕ ਕ੍ਰਿਸਚੀਅਨਸ ਦਾ ਇਨਫਲੂਐਂਸ ਸੀਗਾ ਇਸਲਾਮਿਕ ਕਲਚਰ ਦੇ ਉੱਤੇ, ਕਿਉਂਕਿ ਉਹਨਾਂ ਦੀ ਅਲੀਟ ਜਿਹੜੀ ਸੀ ਉਹ ਔਰਤ ਨੂੰ ਕਮੋਡਿਟੀ ਸਮਝਦੀ ਸੀ ਤੇ ਔਰਤ ਨੂੰ ਬੁਰਕੇ ਪਵਾ ਕੇ ਰੱਖਦੀ, ਘੁੰਡ ਕਢਾ ਕੇ ਜਾਂ ਪਰਦੇ 'ਚ ਰੱਖਦੀ ਸੀਗੀ। ਪਰ ਕਿਉਂਕਿ ਕਿਸੇ ਅਲੀਟ ਦਾ ਜਿਹੜਾ ਉਹ ਟਰੈਵਲ ਹੋ ਗਿਆ ਇਸ ਸੋਸਾਇਟੀ 'ਚ ਤੇ ਇਹ ਇੱਥੇ ਵੀ ਪ੍ਰੋਮੀਨੈਂਟ ਹੋ ਗਿਆ। ਤੇ ਇਹ ਚੀਜ਼ ਜਿਹੜੀ ਹੈ ਹੌਲੀ ਹੌਲੀ, ਇਹ ਧਰਮ ਨਾਲ ਇਹਦਾ ਕੋਈ ਲੈਣ ਦੇਣ ਨਹੀਂ, ਸੱਭਿਆਚਾਰ ਆ। ਆਪਣੇ ਇਲਾਕੇ ਦਾ ਵੀ ਸੱਭਿਆਚਾਰ ਹੈਗਾ ਕਿ ਔਰਤ ਜੇ ਸਿਰ ਤੇ ਚੁੰਨੀ ਰੱਖੇ ਤਾਂ ਆਪਾਂ ਸਿੰਗਾ ਰੱਖ ਸਮਝਦੇ ਹਾਂ। ਉਹ ਅਲੱਗ ਗੱਲ ਆ ਕਿ ਵੀ ਅਸੀਂ ਮਾਡਰਨਾਈਜੇਸ਼ਨ ਦੇ ਨਾਂ ਤੇ ਚੀਜ਼ਾਂ ਨੂੰ, ਨੰਗੇਜ਼ ਨੂੰ ਪ੍ਰੈਫਰੈਂਸ ਦੇਣ ਲੱਗ ਗਏ ਜਾਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਕਿ ਕਿਵੇਂ ਇੱਕ ਬੰਦਾ ਘੱਟ ਕੱਪੜੇ ਪਾ ਕੇ ਉਹਦੀ ਥੌਟ ਬਿਹਤਰ ਕਿਵੇਂ ਹੋ ਸਕਦੀ ਆ ਜੀ। ਪਰ ਇਹ ਸੱਭਿਆਚਾਰ ਦਾ ਹਿੱਸਾ ਉਹਨਾਂ ਦਾ, ਤੇ ਮੇਰਾ ਖਿਆਲ ਨਹੀਂ ਹੈ ਕਿ ਤਾਲਿਬਾਨ ਕੋਈ ਇਹਦੇ ਵਿੱਚ ਚੇਂਜ ਕਰਨਗੇ। ਸਗੋਂ ਆਪਾਂ ਉੱਤੇ ਵੇਖਾਂਗੇ ਕਿ ਇੱਕ ਧਾਰਮਿਕ ਜਿਹੜੀ ਪ੍ਰਵਿਰਤੀ ਵਾਲੇ ਲੋਕ ਆ ਉਹ ਕਿੰਨਾ ਸੋਹਣਾ ਰਾਜ ਦਿੰਦੇ ਆ, ਤੇ ਇਹ ਬਹੁਤ ਵੱਡੀ ਚੇਂਜ ਹੋਊਗੀ ਜੀ ਜੇ ਇਹ ਸਕਸੈਸਫੁਲ ਉਸ ਤਰੀਕੇ ਨਾਲ ਦੇ ਸਕੇ। ਤਾਂ ਤੁਸੀਂ ਵੇਖੋਗੇ ਬਹੁਤ ਵੱਡੀਆਂ ਵੇਵਜ਼ ਆਉਣਗੀਆਂ ਇਹਦੀਆਂ, ਕਿ ਜਿਵੇਂ ਤੁਰਕੀ ਦੇ ਵਿੱਚ ਵੀ ਹੁਣ ਇਹ ਰੀਸਰਜੈਂਸ ਹੋ ਰਹੀ ਹੈ ਧਰਮ ਦੀ। ਪਹਿਲਾਂ ਕਮਲ ਅਤਾ ਤੁਰਕ ਵੇਲੇ ਤਾਂ ਧੱਕੇ ਨਾਲ ਹਿਜਾਬ ਉਤਰਵਾਏ ਗਏ ਤੇ ਟੋਪੀਆਂ ਫੇਸ ਟੋਪ ਕੈਪਸ ਖਤਮ ਕੀਤੀਆਂ ਗਈਆਂ। ਹੁਣ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਦੁਬਾਰਾ ਆਪਦਾ ਕਲਚਰ ਤੇ ਸੱਭਿਆਚਾਰ ਉਹਨਾਂ ਦਾ ਉਠਾ ਰਹੀ ਹੈ ਤੇ ਨਵਾਂ ਰਿਸਰਜੈਂਸ ਆ। ਤੇ ਜਿਸ ਤਰੀਕੇ ਨਾਲ ਈਰਾਨ ਦਾ ਫੇਲੀਅਰ ਵਿਖਾਇਆ ਜਾਂਦਾ ਥਿਓਕ੍ਰੈਟਿਕ ਸਟੇਟ ਦਾ, ਇੱਕ ਤੁਸੀਂ ਸਕਸੈਸ ਵੇਖੋਗੇ ਜੀ। ਸੋ ਇਹਦਾ ਮਤਲਬ ਕਿ ਜੇ ਸਟੇਬਿਲਿਟੀ ਇਸ ਤਰ੍ਹਾਂ ਨਾਲ ਹੋ ਜਾਂਦੀ ਹੈ, ਇਹ ਸਾਰਾ ਕੁਝ ਠੀਕ ਠਾਕ ਹੋ ਜਾਂਦਾ, ਜੇ ਜਿਸ ਤਰ੍ਹਾਂ ਕਿ ਅੱਜ ਚਲੋ ਬਹੁਤ ਸਾਰੇ ਦੁਨੀਆ ਦੇ ਮੁਲਕ ਜਿਹੜੇ ਨੇ, ਜਾਂ ਬਹੁਤ ਸਾਰੇ ਜੇ ਭਾਰਤ ਨੂੰ ਵੀ ਲੈ ਲਿਆ ਜਾਵੇ, ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਜਿਹੜਾ ਹੈ ਉਹ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਆ ਕਿ ਉੱਥੇ ਉਹਨਾਂ ਨੇ ਜਿਹੜੀ ਹੈ ਜਮਹੂਰੀਅਤ ਦਾ ਕਤਲ ਕੀਤਾ। ਇਹ ਸਾਰਾ ਕੁਝ ਹੈ, ਪਰ ਜੇ ਉਹ ਇੱਕ ਚੰਗੀ ਪਿੜ ਪਾ ਦਿੰਦੇ ਨੇ ਤੇ ਮੈਨੂੰ ਲੱਗਦਾ ਕਿ ਇਹ ਵਰਲਡ ਦੇ ਵਿੱਚ, ਦੁਨੀਆ ਭਰ ਦੇ ਵਿੱਚ ਤੁਸੀਂ ਇਸ ਤੇ ਜ਼ਿਆਦਾ ਵਧੀਆ ਜਿਹੜਾ ਹੈ ਆਪਣਾ ਨਜ਼ਰੀਆ ਦੇ ਸਕਦੇ ਹੈਗੇ ਹੋ ਕਿ ਦੁਨੀਆ ਭਰ ਦੇ ਵਿੱਚ ਜਿਸ ਚੀਜ਼ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਕੈਪੀਟਲਿਜ਼ਮ ਜਿਹੜਾ ਸੀਗਾ ਇੱਕੋ ਹੀ ਚੱਲ ਰਿਹਾ ਸੀਗਾ ਸਾਰਾ, ਕਿ ਕੁਛ 150 ਬੰਦਾ ਜਿਹੜਾ ਹੈ ਉਹ 7.5 ਬਿਲੀਅਨ ਲੋਕਾਂ ਨੂੰ ਕੰਟਰੋਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਸੀ। ਕੋਸ਼ਿਸ਼ ਕੀ ਕਿ ਉਹ ਤਕਰੀਬਨ ਕਰ ਹੀ ਚੁੱਕਿਆ ਸੀਗਾ। ਸੋ ਕੀ ਪਾਉਣਾ, ਕੀ ਤੁਸੀਂ ਖਾਣਾ, ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਹੈ ਉਹ ਪ੍ਰੋਡਕਟ ਜਿਹੜੇ ਨੇ ਉਹ ਪ੍ਰੋਵਾਈਡ ਹੋਣਗੇ, ਇਹ ਸਾਰਾ ਕੁਝ ਇਹਦੇ ਵਿੱਚ ਆ। ਤੇ ਇੱਕ ਸਾਈਡ ਤੇ ਜਦੋਂ ਇਹ ਸਾਰਾ ਕਲਚਰ ਡਿਵੈਲਪ ਹੋਏਗਾ, ਜਦੋਂ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਨਾਲ ਚੱਲਣਗੀਆਂ, ਤੇ ਇਹ ਇੱਕ ਨਵੀਂ ਪਿੜ ਨੂੰ ਵੀ ਜਿਹੜਾ ਹੈ ਜਨਮ ਦੇਣ ਵਾਲੀ ਸਾਈਡ ਤੇ ਜਾ ਸਕਦਾ। ਉਹਦੇ ਵਿੱਚ ਬਹੁਤ ਵੱਡਾ ਰੋਲ ਮੈਨੂੰ ਲੱਗਦਾ ਕਿ ਜੇ ਆਪਾਂ ਆਪਣੇ ਖਿੱਤੇ ਵੱਲ ਨਜ਼ਰ ਮਾਰੀਏ ਤੇ ਉੱਥੇ ਅਸੀਂ ਵੀ ਬਹੁਤ ਕੁਝ ਸਿੱਖ ਪਾਵਾਂਗੇ ਜੀ। ਹਾਂ ਬਿਲਕੁਲ ਜੀ। ਵੇਖੋ ਅਸੀਂ ਪਿਛਲੇ 100 ਸਾਲ ਤੋਂ ਖਾਸ ਕਰਕੇ ਪੰਜਾਬ ਦੇ ਲੋਕ ਤਾਂ ਬਹੁਤ ਹੀਨ ਭਾਵਨਾ 'ਚ ਪਿਛਲੇ 100-150 ਸਾਲ ਤੋਂ ਜਿਏ ਹੋਏ ਆ ਕਿ ਵੀ ਆਪਦੇ ਕਲਚਰ ਨੂੰ ਲਗਾਤਾਰ ਛੱਡਣ ਦੀ ਕੋਸ਼ਿਸ਼ ਕੀਤੀ ਆ, ਆਪਦੇ ਪਹਿਰਾਵੇ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਆ, ਆਪਦੇ ਬੋਲੀ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਆ। ਸਾਨੂੰ ਤਾਂ ਬਹੁਤ ਸਿੱਖਣ ਨੂੰ ਇਹ ਹੈਗਾ ਕਿ ਵੀ ਇਹ ਛੋਟੀਆਂ ਗੱਲਾਂ ਹੈਗੀਆਂ, ਇਹਦੀਆਂ ਉਤਾਰ ਚੜਾਵ ਕੌਮਾਂ ਤੇ ਨਸਲਾਂ ਤੇ ਆਉਂਦੇ ਰਹਿੰਦੇ ਹੈਗੇ ਆ। ਤੇ ਕੋਈ ਮਿਲਟਰੀ ਹਾਰ ਹੋ ਜਾਣ ਨਾਲ ਜ਼ਰੂਰੀ ਨਹੀਂ ਕਿ ਤੁਹਾਡੀ ਸੱਭਿਅਤਾ ਜਾਂ ਤੁਹਾਡੇ ਕਲਚਰ 'ਚ ਕੋਈ ਕਮੀ ਆ। ਹੋ ਸਕਦਾ ਉਸ ਟਾਈਮ ਤੁਹਾਡਾ ਪੈਂਤੜਾ ਜਿਹੜਾ ਤੁਸੀਂ ਲਿਆ ਉਹ ਨਹੀਂ ਹੋ ਸਕਿਆ, ਹੋ ਸਕਦਾ ਤੁਹਾਡੇ ਕਿਰਦਾਰਾਂ 'ਚ ਨੁਕਸਾਨ ਹੋਵੇ। ਤਾਂ ਇਹ ਰਿਸਰਜੈਂਸ ਦੇਊਗਾ ਤੇ ਸਾਨੂੰ ਸਿੱਖਣਾ ਵੀ ਚਾਹੀਦਾ ਕਿ ਅਸੀਂ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਦੇ ਸਾਰੇ ਧਰਮ ਨੂੰ, ਆਪਦੀ ਸੋਚ ਨੂੰ, ਆਪਦੇ ਸੱਭਿਆਚਾਰ ਨੂੰ ਰੀਇੰਟਰਪ੍ਰੇਟ ਕਰਕੇ ਉਹਨੂੰ ਬਚਾ ਕੇ ਉਹਨੂੰ ਪ੍ਰਫੁੱਲਿਤ ਕਰਕੇ ਕਿਵੇਂ ਸਕਸੈਸਫੁਲ ਹੋ ਸਕਦੇ ਆ। ਤੇ ਇਹਨਾਂ ਦੀ ਸਰਕਾਰ ਆਉਣ ਦਾ ਤੇ ਉਦੋਂ ਬਾਅਦ ਚੱਲਦੀ ਕਿਵੇਂ ਅਗਲੇ 4-5 ਸਾਲ 10 ਸਾਲ ਬਹੁਤ ਇਹਨੂੰ ਵਾਚ ਕੀਤਾ ਜਾਊਗਾ। ਇਹਨਾਂ ਦੇ ਨੁਕਸ ਕੱਢੇ ਜਾਣਗੇ ਬੜੀ ਤੇਜ਼ੀ ਨਾਲ ਕਿ ਵੇਖੋ ਅਸੀਂ ਕਹਿੰਦੇ ਸੀ ਨਾ। ਤਾਂ ਇਹ ਵੇਖੋ ਕਿਉਂਕਿ ਐਡਾ ਸੌਖਾ ਇਹਨਾਂ ਵਾਸਤੇ ਵੀ ਨਹੀਂ ਹੋਊਗਾ ਇਹ ਰਸਤੇ ਨੂੰ ਟਰੈਵਲ ਕਰਨਾ, ਇਹਨਾਂ ਦੇ ਵੀ ਆਬਸਟੈਕਲਸ ਬਹੁਤ ਹੋਣਗੇ।
ਸੋ ਇਹ 5-7 ਸਾਲ 10 ਸਾਲਾਂ ਤੱਕ ਆਪਾਂ ਨੂੰ ਜੇ ਸਕਸੈਸਫੁਲ ਹੋ ਜਾਂਦੇ ਆ ਤਾਂ ਇਹ ਮਾਡਲਸ ਦਾ ਬਹੁਤ ਅਸਰ ਪਊਗਾ ਦੱਖਣ ਏਸ਼ੀਆ ਤੇ ਵੀ ਤੇ ਹੋਰ ਆਸੇ-ਪਾਸੇ। ਦੱਖਣ ਏਸ਼ੀਆ ਤੇ ਖਾਸ ਕਰਕੇ ਪਊਗਾ ਬਿਕੋਜ਼ ਇੱਥੇ ਜਿਹੜਾ ਰਿਲੀਜੀਅਸ ਆਈਡੀਓਲੋਜੀ ਆ, ਚਾਹੇ ਉਹ ਹਿੰਦੂ ਰਿਲੀਜਨ ਦੀ ਹੈਗੀ ਆ, ਚਾਹੇ ਉਹ ਸਿੱਖਾਂ ਦੀ ਆ, ਚਾਹੇ ਇਸਲਾਮ ਦੀ ਆ, ਹੋਰਾਂ ਦੀ, ਉਹਦੀ ਲਾਈਫ ਦੇ ਵਿੱਚ ਪ੍ਰੋਮੀਨੈਂਸ ਜਾਂ ਉਹਦੇ ਲਾਈਫ ਦੇ ਵਿੱਚ ਜਿਹੜੀ ਇੰਪੋਰਟੈਂਸ ਹੈਗੀ ਹੈ ਡੇਲੀ ਲਾਈਫ ਦੇ ਵਿੱਚ ਉਹ ਬਹੁਤ ਜ਼ਿਆਦਾ ਹੈਗੀ ਹੈ। ਤੇ ਕੀ ਅਸਰ ਪਊਗਾ ਜੀ? ਸੋ ਜੇ ਪੰਜਾਬ ਦੇ ਮੈਂ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ, ਪੰਜਾਬ ਦੇ ਭਾਰਤ ਦੇ ਨੁਕਤਾ ਨਿਗਾਹ ਤੋਂ ਇਹਨੂੰ ਦੇਖਣਾ, ਖਾਸ ਤੌਰ ਦੇ ਉੱਤੇ ਪੰਜਾਬ ਅਸੀਂ ਬਾਰਡਰ ਸਟੇਟ ਹੈਗੀ ਆ, ਸਾਡੀ ਉੱਥੇ ਜੜ੍ਹ ਆ, ਦੂਰ ਹਜ਼ਾਰਾਂ ਕਿਲੋਮੀਟਰ ਵੀ ਬੈਠੇ ਜਿਹੜੀ ਹੈ ਸਾਨੂੰ ਉੱਥੇ ਫਿਕਰ ਆ, ਕਿਉਂਕਿ ਇੱਕ ਜੜ੍ਹ ਦਾ ਜਿੰਦਾ ਰਹਿਣਾ ਜਾਂ ਜੜ੍ਹ ਦਾ ਮੌਜੂਦ ਰਹਿਣਾ ਸਾਰੇ ਪੱਖਾਂ ਤੋਂ ਜਿਹੜਾ ਹੈ ਉਹ ਜ਼ਰੂਰੀ ਆ, ਕਿਉਂਕਿ ਕਰੂੰਬਲੀਆਂ ਦਾ ਤੇ ਜਿਹੜਾ ਹੈ ਬਾਕੀ ਪੱਤੀਆਂ ਦਾ ਕੋਈ ਫਾਇਦਾ ਨਹੀਂ ਉਨੀ ਦੇਰ ਤੱਕ, ਉਹ ਤੇ ਸੁੱਕ ਜਾਣਗੀਆਂ ਜੇ ਜੜ੍ਹ ਜਿਹੜੀ ਹੈ ਉਹਦੇ ਤੇ ਕੋਈ ਜਿਹੜਾ ਅਸਰ ਹੁੰਦਾ। ਤੁਸੀਂ ਕੀ ਸੋਚਦੇ ਹੈਗੇ ਹੋ ਕਿ ਪੰਜਾਬ ਦੇ ਉੱਤੇ ਇਸ ਚੀਜ਼ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ? ਤੇ ਦੂਸਰਾ ਸਾਡੇ ਨਾਲ ਲੱਗਦੀ ਜਿਹੜੀ ਸਟੇਟ ਹੈਗੀ ਹੈ ਜੰਮੂ ਐਂਡ ਕਸ਼ਮੀਰ ਜਾਂ ਕਸ਼ਮੀਰ ਆਪਾਂ ਕਹਿ ਲਈਏ, ਕਿਉਂਕਿ ਜਿੱਦਾਂ ਦੇ ਹਾਲਾਤ ਉੱਥੇ ਪਿਛਲੇ ਸਮੇਂ ਤੋਂ ਬਣੇ ਹੋਏ ਨੇ ਤੇ ਜਿਸ ਤਰ੍ਹਾਂ ਦੇ ਨਾਲ ਇਸ ਟਾਈਮ ਦੇ ਉੱਤੇ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਕਿ ਅਮਰੀਕਾ ਔਰ ਜਿਹੜਾ ਭਾਰਤ ਆ ਉਹ ਬੈਕਫੁੱਟ ਤੇ ਆਏ ਨੇ ਇਹਦੇ ਨਾਲ। ਅਮਰੀਕਾ ਨੇ ਤਾਂ ਚਲੋ ਨਾਲ ਲੱਗਦੀ ਗੱਲ ਮੈਂ ਇਹ ਵੀ ਕਰਦੇ ਹਾਂ, ਕਿਉਂਕਿ ਅਮਰੀਕਾ ਜਦ ਉੱਥੋਂ ਨਿਕਲਿਆ ਉਹਨੇ ਤਾਂ ਸਾਡਾ ਅਸੀਂ ਗਵਾਂਢ ਹੋਣ ਦੇ ਕਰਕੇ, ਕੈਨੇਡੀਅਨ ਗਵਾਂਢ ਹੋਣ ਦੇ ਕਰਕੇ ਉਹਨਾਂ ਨੇ ਤਾਂ ਕੈਨੇਡੀਅਨ ਨੂੰ ਵੀ ਸ਼ਾਇਦ ਉਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਕਿਉਂਕਿ ਸਾਡੇ ਤਾਂ ਬਹੁਤ ਸਾਰੇ ਮਿਲਟਰੀ ਆਫੀਸਰ ਉੱਥੇ ਸ਼ਹੀਦ ਹੋਏ ਨੇ, ਬਹੁਤ ਸਾਰੀਆਂ ਲਾਸ਼ਾਂ ਇੱਥੇ ਆਈਆਂ ਹੋਈਆਂ ਨੇ ਤੇ ਬਾਕੀਆਂ ਨੂੰ ਤਾਂ ਉਹਨਾਂ ਨੇ ਕੀ ਪੁੱਛਣਾ ਸੀਗਾ ਅਮਰੀਕਾ ਨੇ। ਸੋ ਜੇ ਆਪਾਂ ਇਹ ਦੇਖਦੇ ਹੈਗੇ ਆ ਕਿ ਉਹ ਵਾਚ ਵੀ ਕਰ ਰਹੇ ਹੈਗੇ ਨੇ ਕਿ ਸਾਡੇ ਨਾਲ ਜਿਹੜਾ ਆਲਾ ਦੁਆਲਾ ਹੈਗਾ, ਚਲੋ ਚਾਈਨਾ, ਰਸ਼ੀਆ ਨੂੰ ਜਾਂ ਪਾਕਿਸਤਾਨ ਨੂੰ ਤਾਂ ਇੱਕ ਸਾਈਡ ਤੇ ਛੱਡ ਦਈਏ, ਬਾਕੀ ਜਿਹੜੇ ਲੋਕ ਨੇ ਜਾਂ ਸਾਡਾ ਗਵਾਂਢ ਮੱਥਾ ਉਹ ਇਸ ਟਾਈਮ ਦੇ ਉੱਤੇ ਕਿਹੋ ਜਿਹੇ ਰਿਐਕਸ਼ਨ ਜਿਹੜਾ ਉਹ ਕਰ ਰਿਹਾ ਹੈਗਾ, ਉਸ ਮੁਤਾਬਕ ਕੀ ਪ੍ਰਭਾਵ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਇਸ ਦੇ ਉੱਤੇ ਤੁਸੀਂ ਕੋਈ ਜਿਹੜਾ ਆਪਣਾ ਨਜ਼ਰੀਆ ਜਿਹੜਾ ਹੈ ਉਹ ਕੀ ਰੱਖਦੇ ਹੋ ਜੀ? ਆਪਣੇ ਦੇਖੋ ਜੀ, ਆਏ ਆ ਕਿ ਦੋ ਤਰ੍ਹਾਂ ਦੇ ਅਸਰ ਪੈਣਗੇ। ਪਹਿਲਾਂ ਤਾਂ ਆਪਾਂ ਇਹ ਦੇਖੋ ਸੱਭਿਆਚਾਰ ਹੈ ਕਿ ਸਾਡੇ ਥਾਟ ਦੇ ਲੈਵਲ ਤੇ ਕੀ ਅਸਰ ਪਊਗਾ। ਥਾਟ ਦੇ ਲੈਵਲ ਤੇ ਜਿਹੜਾ ਮੋਟਾ ਅਸਰ ਪਊਗਾ ਉਹ ਕਸ਼ਮੀਰ ਜਿਹੜਾ ਹੈਗਾ ਉਹਦੀ ਜਿਹੜੀ ਸਟਰਗਲ ਆ ਉਹਨੂੰ ਕਸ਼ਮੀਰੀ ਲੋਕ ਉਹਨੂੰ ਲੈਜੀਟੀਮੇਸੀ ਦੇਣਗੇ ਤੇ ਉੱਥੇ ਇੱਕ ਨੈਚੁਰਲ ਬੋਇੰਸੀ ਆਊਗੀ, ਜਿਹਨੂੰ ਉਠਾਨ ਕਹਿੰਦੇ ਆ ਨਾ, ਉਹਨਾਂ ਦੇ ਵਿੱਚ ਇੱਕ ਜੋਸ਼ ਆਊਗਾ ਕਿ ਅਸੀਂ ਲੜ ਸਕਦੇ ਹਾਂ। ਇੱਕ ਹੋਪ ਜਾਗ ਜਾਂਦੀ ਆ ਉਹਨਾਂ ਦੀ, ਉਹ ਜਾਗ ਜਾਂਦੀ ਆ, ਜਿਹਦਾ ਕਿ ਭਾਰਤ ਸਰਕਾਰ ਨੂੰ ਵੇਖਣਾ ਪਊਗਾ ਕਿਵੇਂ ਆ। ਬਹੁਤ ਡਿਟੇਲਡ ਆਪਾਂ ਉਹਦੀ ਜਾਣ ਦੀ ਬਜਾਏ ਆਪਾਂ ਜਿਹੜਾ ਪੰਜਾਬ ਦੇ ਵਿੱਚ ਵੀ ਇੱਕ ਜਿਹੜੀ ਪਿੱਛੇ ਜੁਝਾਰੂ ਸਟਰਗਲ ਲੜੀ ਗਈ ਆ ਉਹਨੂੰ ਇੱਕ ਲੈਜੀਟੀਮੇਸੀ ਮਿਲਦੀ ਆ। ਉਹਦੇ ਇਲਾਵਾ ਉਹਦੇ ਵਿੱਚ ਇਹ ਹੈ ਕਿ ਲੋਕਾਂ 'ਚ ਵੀ ਇੱਥੇ ਇੱਕ ਫੀਲਿੰਗ ਆਊਗੀ ਕਿ ਹਾਂ ਵੀ ਤੁਸੀਂ ਆਪਦੇ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਹੋ ਤੇ ਇੱਕ ਆਪਦੀ ਆਜ਼ਾਦੀ ਦੀ ਜਾਂ ਆਪਦੇ ਹੱਕਾਂ ਦੀ ਲੜਾਈ ਤੁਸੀਂ ਲੜ ਸਕਦੇ ਹੋ। ਠੀਕ ਹੈ ਜੀ। ਜਿਹੜੀ ਕੋਈ ਡਿਮੋਰਲਾਈਜੇਸ਼ਨ ਆਈ ਸੀ ਜਾਂ ਇਹ ਸੀਗਾ ਕਿ ਨਹੀਂ ਕੁਝ ਹੋ ਸਕਦਾ ਜਾਂ ਕਿਵੇਂ ਆ, ਜਾਂ ਜੇ ਕੋਈ ਗੱਲ ਕਰਦਾ ਸੀ ਆਪਦੇ ਹੱਕਾਂ ਦੀ ਗੱਲ ਕਰਦਾ ਸੀ ਸਟੇਟ ਦੇ ਵਿੱਚ, ਤਾਂ ਆਮ ਰਿਸਪੌਂਸ ਹੁੰਦਾ ਸੀਗਾ ਕਿ ਵੀ ਤੁਸੀਂ ਤਾਂ ਮਰਵਾ ਦੋਗੇ ਲੋਕ ਜਾਂ ਤੁਸੀਂ ਦੁਬਾਰਾ ਉਹੀ ਕੰਮ ਸ਼ੁਰੂ ਕਰ ਰਹੇ ਹੋ। ਉਹ ਜਿਹੜੀਆਂ ਆਵਾਜ਼ਾਂ ਜਾਂ ਉਹ ਜਿਹੜੀ ਚੀਜ਼ਾਂ ਉਹਦੇ ਤੇ ਇੱਕ ਉਹ ਘਟਣਗੀਆਂ ਤੇ ਦੂਜੇ ਪਾਸੇ ਵਾਲੇ ਸਟਰੋਂਗਰ ਹੋਣਗੇ। ਆਪਾਂ ਉਹਨੇ ਜਿਹੜਾ ਰਾਜਨੀਤਿਕ ਅਸਰ ਪੰਜਾਬ ਦੇ ਉੱਤੇ ਕੀਤਾ ਹੈ ਜਿਹੜਾ ਰਾਜਨੀਤਿਕ ਅਸਰ ਦੇ ਕੇਂਦਰ ਦੇ ਨਾਲ ਜਿਹੜਾ ਪੰਜਾਬ ਦਾ ਰਿਲੇਸ਼ਨਸ਼ਿਪ ਆ ਉਹਦੇ ਉੱਤੇ ਜਿਹੜੇ ਪ੍ਰੈਜ਼ੈਂਟ ਲੀਡਰਸ਼ਿਪ ਆ, ਜੇ ਪੰਜਾਬ ਦੀ ਲੀਡਰਸ਼ਿਪ ਤੇ ਖਾਸ ਕਰਕੇ ਸਿੱਖਾਂ ਦੀ ਲੀਡਰਸ਼ਿਪ ਜਿੰਨਾ ਕੁ ਸਪੇਸ ਭਾਰਤ ਦੇ ਵਿੱਚ ਹੈਗਾ ਉਹਦੇ ਵਿੱਚ ਉਹ ਆਪਦੇ ਕਾਫੀ ਮਸਲੇ ਹੱਲ ਕਰਵਾ ਸਕਦੀ ਹੈ। ਜਿਹੜੇ ਪਿਛਾਂ ਉਹਨਾਂ ਜਿਹੜੇ ਧੱਕੇ ਹੋਏ ਆ ਜਾਂ ਜਿਹੜੇ ਹੱਕ ਖੋਏ ਗਏ ਆ ਜਾਂ ਲਗਾਤਾਰ ਜਿਹੜੇ ਵਿਤਕਰੇ ਹੁੰਦੇ ਰਹੇ ਆ ਉਹਨਾਂ ਪ੍ਰਤੀ ਉਹ ਕੋਈ ਸੋਲਿਊਸ਼ਨ ਲੈ ਜਾ ਸਕਦੇ ਹੈਗੇ ਆ, ਕਿਉਂਕਿ ਉਹਦੇ ਦੋ ਕਾਰਨ ਆ। ਇੱਕ ਤਾਂ ਇਹ ਆ ਕਿ ਵੀ ਆਪਣਾ ਇਹ ਤਾਲਿਬਾਨਾਂ ਦੀ ਜਿੱਤ ਹੋਣ ਕਰਕੇ ਰੂਸ, ਚੀਨ, ਪਾਕਿਸਤਾਨ ਕਿੰਨੇ ਤੁਹਾਡੇ ਬਾਰਡਰ ਦੇ ਉੱਤੇ ਖੜੇ ਹੋ ਗਏ ਤੇ ਦਬਾਅ ਵਧੂਗਾ ਭਾਰਤ ਦੇ ਉੱਤੇ। ਤਾਂ ਭਾਰਤ ਨੂੰ ਇਸ ਹਿੱਸੇ ਨੂੰ, ਪੰਜਾਬ ਦੇ ਹਿੱਸੇ ਨੂੰ ਬਹੁਤ ਸ਼ਾਂਤ ਰੱਖਣਾ ਪਊਗਾ, ਇੱਥੋਂ ਦੇ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਦੇਖਣਾ ਪਊਗਾ। ਦੂਸਰੀ ਗੱਲ ਇਹ ਹੈ ਕਿ ਵੀ ਜੇ ਕੋਈ ਅਗਲੀ ਜੰਗ ਹੋਣੀ ਹੈ ਤਾਂ ਇਸ ਖਿੱਤੇ ਦੇ ਵਿੱਚ ਹੀ ਹੋਣੀ ਹੈ। ਪੰਜਾਬ ਦਾ ਕ੍ਰਿਟੀਕਲ ਹਿੱਸਾ ਰਹੂਗਾ ਕਿਉਂਕਿ ਬਹੁਤ ਸਪਲਾਈ ਲਾਈਨ ਕਸ਼ਮੀਰ ਨੂੰ, ਲਦਾਖ ਨੂੰ ਇੱਥੋਂ ਜਾਂਦੀਆਂ
ਅਮਰੀਕਾ ਪਾਕਿਸਤਾਨ ਦੇ ਉੱਤੇ ਜੇ ਕੋਈ ਫਰੰਟਲ ਅਟੈਕ ਬਣਨਾ ਹੈ, ਜੇ ਪਾਕਿਸਤਾਨ ਤੇ ਓਫੈਂਸਿਵ ਬਣਨਾ ਤਾਂ ਪੰਜਾਬ ਚੋਂ ਬਣਨਾ ਹੈ। ਤਾਂ ਇੱਥੋਂ ਦੀ ਪੋਪੂਲੇਸ਼ਨ ਬੜੀ ਇੰਪੋਰਟੈਂਟ ਹੈ। ਫੌਜੀ ਵੀ ਬਹੁਤ ਆ ਤੇ ਨੀਮ ਫੌਜੀ ਵੀ ਬਹੁਤ ਹੈਗੇ ਆ। ਤਾਂ ਇਹ ਇਸ ਇਲਾਕੇ ਦੀ ਮਸਲੇ ਹੱਲ ਕਰਨੇ ਪੈਣੇ ਆ, ਜਿਵੇਂ ਫਾਰਮਿੰਗ ਪ੍ਰੋਟੈਸਟ ਆ, ਇਹਨੂੰ ਵੀ ਬਹੁਤ ਧਿਆਨ ਨਾਲ ਹੱਲ ਕਰਨਾ ਪੈਣਾ। ਸੋ ਬਹੁਤ ਤੀਸਰਾ ਜਿਹੜਾ ਜੀ 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 ਤੀਸਰਾ ਜਿਹੜਾ ਇਸ਼ੂ ਹੈਗਾ ਉਹ ਹੈਗਾ ਸਾਡੀ ਇਕਨੋਮਿਕ ਸਿਚੁਏਸ਼ਨ। ਇਕਨੋਮਿਕ ਸਿਚੁਏਸ਼ਨ ਆਏ ਹੈ ਕਿ ਪੰਜਾਬ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਫੇਸ ਕਰ ਰਿਹਾ ਇਸ ਟਾਈਮ। ਪ੍ਰਵਾਸ ਇਸ ਕਰਕੇ ਫੇਸ ਕਰ ਰਿਹਾ ਕਿਉਂਕਿ ਅਸੀਂ ਆਪਦੇ ਬੱਚਿਆਂ ਨੂੰ ਉਹਨਾਂ ਦੀਆਂ ਐਸਪੀਰੇਸ਼ਨਸ ਦੇ ਮੁਤਾਬਕ ਜੋ ਉਹ ਚਾਹੁੰਦੇ ਆ, ਜਿਸ ਹਿਸਾਬ ਨਾਲ ਉਹਨਾਂ ਦਾ ਲਿਵਿੰਗ ਚਾਹੁੰਦੀ ਆ, ਉਸ ਤਰੀਕੇ ਦੀ ਅਸੀਂ ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਦੇ ਪਾ ਰਹੇ। ਠੀਕ ਹੈ, ਤਾਂ ਉਹ ਇੱਕ ਉਹਦਾ ਨਾ ਹੀ ਉੱਥੇ ਉਹਦਾ ਨਿਆਂ ਤੇ ਉਹਦਾ ਸਿਸਟਮ ਦੇ ਪਾ ਰਹੇ ਜਿੱਥੇ ਉਹ ਇੱਕ ਚੰਗੀ ਅਣਖ ਵਾਲੀ ਜ਼ਿੰਦਗੀ ਜੀ ਸਕਣ। ਇਹ 2-3 ਚੀਜ਼ਾਂ ਮਿਸਿੰਗ ਹੈਗੀਆਂ ਮੌਜੂਦਾ ਪੰਜਾਬ 'ਚ, ਤੇ ਇਹ ਚੀਜ਼ਾਂ ਵੀ ਕੇਂਦਰ ਸਰਕਾਰ ਨੂੰ ਵੇਖਣਾ ਪਊਗਾ ਕਿ ਇਹ ਚੀਜ਼ਾਂ ਕਿਵੇਂ ਨਾ ਕਿਵੇਂ ਚੰਗੀਆਂ ਪੋਲੀਟੀਕਲ ਪਾਰਟੀ ਸਾਫ ਪੋਲਿਟਿਕਸ ਇੱਥੇ ਲਿਆ ਕੇ ਜਿਹੜੀ ਏਜੰਸੀਜ਼ ਮੈਡਲ ਕਰ ਰਹੀਆਂ ਸੀ ਉਹਦੀ ਬਜਾਏ ਚੰਗੀ ਪੋਜ਼ਿਟਿਵ ਪੋਲਿਟਿਕਸ ਹੈਲਪ ਕਰਕੇ ਤੇ ਇਕਨੋਮਿਕਲੀ ਇਸ ਸਟੇਟ ਨੂੰ ਦੁਬਾਰਾ ਅਪਲਿਫਟ ਕਰਨਾ ਪਊਗਾ ਤਾਂ ਕਿ ਇੱਥੇ ਕਿਸੇ ਤਰੀਕੇ ਦੀ ਡਿਸਕੰਟੈਂਟਮੈਂਟ ਨਾ ਹੋਵੇ। ਅੱਜ ਤਾਂ ਡਿਸਕੰਟੈਂਟਮੈਂਟ ਹੈਗੀ ਆ ਤਾਂ ਇੱਕ ਆਊਟਲੈਟ ਹੈਗਾ ਕਿ ਪ੍ਰਵਾਸ ਹੋ ਜਾਂਦਾ ਹੈ ਤੇ ਇੱਕ ਚੰਗੀ ਸੁਸਾਇਟੀ ਜਾਂ ਚੰਗੇ ਮੁਲਕ 'ਚ ਆ ਜਾਂਦਾ ਹੈ। ਲੈਟਸ ਸੇ ਕੱਲ੍ਹ ਨੂੰ ਪ੍ਰਵਾਸ ਬੰਦ ਹੋ ਜਾਊਗਾ ਤਾਂ ਇਹ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਮੂਵਮੈਂਟ ਬਣਨ ਦਾ ਬਹੁਤ ਡਰ ਹੋ ਜਾਂਦਾ ਇੱਥੇ। ਤਾਂ ਇਹ 2-3 ਸੈਕਟਰਸ ਦੇ ਉੱਤੇ ਮੇਰੇ ਹਿਸਾਬ ਨਾਲ ਕੰਮ ਹੋਊਗਾ ਜੀ। ਸੋ ਇਹ ਬਹੁਤ ਕੁਝ ਵੇਖਣ ਵਾਲਾ ਬਹੁਤ ਕੁਝ ਸਮੇਂ ਦੀ ਬੁੱਕਲ 'ਚ ਵੀ ਹੈਗਾ। ਪਰ ਜੇ ਸੈਂਟਰ ਜਾਂ ਸੈਂਟਰ ਸਰਕਾਰ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਦੇਖਦੀ ਆ, ਕਿਉਂਕਿ ਜੇ ਆਪਾਂ ਪਿਛਲੇ 74 ਸਾਲਾਂ ਦੀ ਟਰੈਵਲਿੰਗ ਨੂੰ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਦੇਖਦੇ ਆ, ਘੋਖਦੇ ਹੈਗੇ ਆ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਬਹੁਤਾ ਸੀਰੀਅਸ ਲੈ ਕੇ ਨਾ ਤਾਂ ਦੇਖਿਆ ਤੇ ਨਾ ਹੀ ਮਸਲੇ ਅੱਜ ਤੱਕ ਜਿਹੜੇ ਨੇ ਉਹ ਹੱਲ ਕੀਤੇ ਨੇ, ਜਿਉਂ ਦਾ ਤਿਉਂ ਆ। ਤੇ ਜੇ ਇਹ ਸਥਿਤੀ ਇਸ ਤਰ੍ਹਾਂ ਦੇ ਨਾਲ ਬਣੀ ਰਹੀ ਤਾਂ ਫਿਰ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਲੱਗਦਾ ਕਿ ਗੰਭੀਰ ਸਾਨੂੰ ਨਤੀਜੇ ਜਿਹੜੇ ਦੇਖਣੇ ਪੈਣਗੇ, ਕਿਉਂਕਿ ਅਸੀਂ ਉੱਥੇ ਪ੍ਰਭਾਵਿਤ ਹਰ ਹਾਲਤ ਵਿੱਚ ਜਾਂਦੇ ਹਾਂ, ਇੱਕ ਸੈਂਡਵਿਚ ਦੀ ਤਰ੍ਹਾਂ ਹੀ ਆ। ਕਿਉਂਕਿ ਭਾਰਤ ਦੇ ਜਿਹੜੇ ਸੰਬੰਧ ਨੇ, ਜੇ ਆਪਾਂ ਛੋਟੇ ਵੀ ਲਾ ਲਈਏ ਕਿ ਆਪਾਂ ਨੇਪਾਲ ਨਾਲ ਲਾ ਲਈਏ, ਚਾਈਨਾ ਨਾਲ ਤੇ ਚਲੋ ਹੈ ਹੀ ਨਹੀਂ, ਪਾਕਿਸਤਾਨ ਨਾਲ ਵੀ ਨਹੀਂ ਹੈ, ਈਵਨ ਸ਼੍ਰੀਲੰਕਾ ਨਾਲ ਵੀ ਆਪਣਾ ਗਵਾਂਢ ਜਿਹੜਾ ਉਹ ਸਾਰਾ ਦਾ ਸਾਰਾ ਵਿਗੜਿਆ ਪਿਆ। ਸੋ ਕਿਸੇ ਨਾਲ ਵੀ ਨਹੀਂ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਬਰੀਕੀ ਨਾਲ ਸੋਚਣ ਵਾਲੀਆਂ ਹੈਗੀਆਂ ਨੇ। ਬਰਾੜ ਸਾਹਿਬ, ਸਮਾਂ ਤਕਰੀਬਨ ਪ੍ਰੋਗਰਾਮ ਦਾ ਸਮਾਪਤੀ ਵੱਲ ਜਾ ਰਿਹਾ ਹੈਗਾ। ਸੋ ਐਂਡ ਦੇ ਉੱਤੇ ਮੈਂ ਕੋਈ ਜਿਹੜਾ ਸਵਾਲ ਤੁਹਾਡੇ ਤੋਂ ਕੋਈ ਨਾ ਪੁੱਛ ਸਕਦਾ ਹੋਵਾ, ਐਂਡ ਦੇ ਉੱਤੇ ਤੁਸੀਂ ਕੋਈ ਅਜਿਹੀ ਗੱਲ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਏ ਅਖੀਰ ਦੇ ਉੱਤੇ, ਤਾਂ ਤੁਸੀਂ ਪਲੀਜ਼ ਉਹਦੇ ਤੇ ਚਾਨਣਾ ਪਾ ਸਕਦੇ ਹੋ ਜੀ। ਮੇਰਾ ਤਾਂ ਇੱਕ ਹੀ ਹੈਗਾ ਜੀ ਕਿ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਜੋ ਦੱਖਣੀ ਏਸ਼ੀਆ ਚੁਣੌਤੀਆਂ ਬਣੀਆਂ ਹੋਈਆਂ ਜਾਂ ਜੋ ਸੰਭਾਵਨਾ ਬਣੀਆਂ ਹੋਈਆਂ ਪੰਜਾਬ 'ਚ, ਉਹਦੇ ਉੱਤੇ ਜਿਹੜਾ ਡਾਇਸਪੋਰਾ ਹੈ ਉਹਨੂੰ ਨਾ ਬਹੁਤ ਪੋਜ਼ਿਟਿਵ ਰਿਸਪੌਂਸ ਦੇਣਾ ਚਾਹੀਦਾ। ਜੋ ਜਨਰਲੀ ਮੈਂ ਵੇਖਿਆ ਪਬਲਿਕ ਦੇ ਵਿੱਚ ਵੀ ਤੇ ਸਪੈਸ਼ਲੀ ਸੋਸ਼ਲ ਮੀਡੀਆ 'ਚ ਜਿਹੜਾ ਡਾਇਸਪੋਰਾ ਦਾ ਇੰਟਰਵੈਂਸ਼ਨ ਕਹਿ ਲਓ ਜਾਂ ਜਿਸ ਤਰ੍ਹਾਂ ਦੀ ਉਹ ਰੋਲ ਪਲੇ ਕਰਦਾ, ਉਹ ਜ਼ਿਆਦਾ ਨਾ ਕ੍ਰਿਟੀਕਲ ਰੋਲ ਪਲੇ ਕਰਦਾ ਜਾਂ ਸਰਮਨਾਈਜ਼ ਰੋਲ ਪਲੇ ਕਰਦਾ ਵੀ ਐਂ ਕਰੋ ਤੁਸੀਂ ਜੀ, ਐਂ ਕਰੋ ਨਾਲੋਂ ਮੇਰੇ ਹਿਸਾਬ ਨਾਲ ਥੋੜਾ ਜਿਹਾ ਜੇ ਪੋਜ਼ਿਟਿਵ ਰੋਲ ਪਲੇ ਕੀਤਾ ਜਾਵੇ ਜਾਂ ਕ੍ਰਿਟਿਸਾਈਜ਼ ਘੱਟ ਕਰਨ ਦੀ ਬਜਾਏ ਇਹ ਹਾਂ ਠੀਕ ਆ ਬਹੁਤ ਪ੍ਰੋਬਲਮਸ ਆ, ਸਾਡੇ ਕੋਲ ਲੀਡਰਸ਼ਿਪ ਹੈ ਨਹੀਂ, ਅਕਾਲੀ ਦਲ ਦੀ ਲੀਡਰਸ਼ਿਪ ਤਾਂ ਇਹ ਜਿਹੀ ਚੁਣੌਤੀਆਂ ਤੇ ਇਹਦੀਆਂ ਸੰਭਾਵਨਾ ਦੇ ਹਿਸਾਬ ਨਾਲ ਬਹੁਤ ਹੀ ਬੌਣੀ ਆ ਅੱਜ ਦੀ, ਕੋਈ ਡਾਊਟ ਨਹੀਂ ਉਹਦੇ ਵਿੱਚ। ਕਮੀਆਂ ਦੇ ਵਿੱਚ ਕਮੀਆਂ ਸਾਨੂੰ ਵੀ ਇੱਥੇ ਬੈਠੇ ਨਜ਼ਰ ਆਉਂਦੀਆਂ, ਪਰ ਬਹੁਤ ਥਾਂ ਹੈ ਜਿੱਥੇ ਤੁਸੀਂ ਪੋਜ਼ਿਟਿਵ ਰੋਲ ਪਲੇ ਕਰ ਸਕਦੇ ਹੋ। ਸਾਨੂੰ ਇਕਨੋਮਿਕ ਹੈਲਪ ਦੇਣ ਦੀ ਬਜਾਏ ਇਕਨੋਮਿਕ ਸੇਧ ਦਿਓ ਕਿ ਹਾਂ ਵੀ ਇਸ ਪਾਸੇ ਚੱਲੋ, ਆਹ ਇੰਡਸਟਰੀਜ਼ ਵੇਖੋ, ਆਹ ਚੀਜ਼ ਵੇਖੋ, ਠੀਕ ਹੈ ਨਾ ਜੀ। ਇਸ ਤੋਂ ਇਲਾਵਾ ਜਿਹੜੀ ਕੀਤਾ ਜਾ ਸਕਦਾ ਉਹ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੇ ਵਿੱਚ ਵੇਖੋ ਬਿਲਕੁਲ ਸਿੱਖ ਮਿਸਿੰਗ ਹੈਗੇ ਆ, ਤੇ ਉਹ ਇੱਕ ਬੋਡੀ ਕਿਸੇ ਵੀ ਉਹ ਗੱਲ ਨਹੀਂ ਕਰ ਰਹੇ ਐਕਸੈਪਟ ਆਪਦੇ ਲੈਜਿਸਲੇਟਰਸ ਤੇ ਆਪਦੇ ਸੈਨੇਟਰਸ ਨੂੰ USA 'ਚ ਜਾਂ ਕੈਨੇਡਾ 'ਚ ਜਾਂ ਇੰਗਲੈਂਡ 'ਚ, ਉੱਥੇ ਵੀ ਬਹੁਤ ਹਲਕੀ ਫੁਲਕੀ ਜੀ ਗੱਲ ਹੁੰਦੀ ਹੈ। ਤਾਂ ਉਹ 2 ਸੈਕਟਰ ਦਾ ਜਿਹੜੇ ਮੈਂ ਸੁਨੇਹਾ ਦੇਣਾ ਚਾਹੂੰਗਾ ਕਿ ਵੀ ਇੰਸਟੈਡ ਕਿ ਤੁਸੀਂ ਇੱਥੇ ਕੋਈ ਡਾਲਰ ਫੋਰਨ ਕਰੋ, ਹੱਕ ਦੀ ਹਾਰਡ ਕਮਾਈ ਇੱਥੇ ਭੇਜੋ ਕਿਤੇ ਫਰਾਡੂਲੈਂਟ ਲੋਕਾਂ ਨੂੰ, ਜਾਂ ਇੱਥੇ ਕ੍ਰਿਟਿਸਿਜ਼ਮ ਕਰੋ, ਤੁਸੀਂ ਬਹੁਤ ਸੇਧ ਦੇਣ ਵਾਲੀ ਇਕੋਨਮੀ 'ਚ ਬੈਠੇ ਹੋ, ਤੁਸੀਂ ਬਹੁਤ ਕੁਛ ਦੱਸ ਸਕਦੇ ਹੋ ਕਿ ਹਾਂ ਵੀ ਜੀ ਨੌਲੇਜ ਬੇਸਡ ਇਕੋਨਮੀ ਬਣਾਓ। ਵੀ ਅਸੀਂ ਤੁਹਾਡੇ ਰਿਲੇਸ਼ਨਸ਼ਿਪ ਖੋਲ ਰਹੇ ਹਾਂ ਨਵੀਆਂ ਕੰਟਰੀਆਂ 'ਚ, ਅੱਡ ਛੋਟੇ ਥਾਵਾਂ 'ਚ ਇਹ ਰੋਲ ਪਲੇ ਕਰ ਸਕਦੇ ਹੋ ਜੀ।
ਸੋ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਸਾਨੂੰ ਆਪਣਾ ਸਮਾਂ, ਕੀਮਤੀ ਸਮਾਂ ਜਿਹੜਾ ਉਹ ਦਿੱਤਾ ਹੈਗਾ, ਉਹਦੇ ਵਾਸਤੇ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੁਹਾਡੇ ਨਾਲ ਕੋਈ ਕਿਸੇ ਜਾਂ ਇਸ ਮੁੱਦੇ ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਸ ਮੁਤਾਬਕ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ। ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਪ੍ਰੋਗਰਾਮ ਬਿਲਕੁਲ ਸਮਾਪਤ ਹੈ ਜੀ, ਤੇ ਆਪਾਂ ਜਿਹੜਾ ਹੈ ਇੱਥੇ ਦਰਸ਼ਕਾਂ ਕੋ ਵੀ ਜਿਹੜੀ ਹੈ ਉਹ ਇਜਾਜ਼ਤ ਲਵਾਂਗੇ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਵਾਲੀ ਜਿਹੜੀ ਗੱਲਬਾਤ ਹੈ ਉਹ ਪਸੰਦ ਆਈ ਹੋਵੇਗੀ। ਆਪਣੇ ਕਮੈਂਟ ਜ਼ਰੂਰ ਸਾਡੇ ਤੱਕ ਪਹੁੰਚਦੇ ਕਰਿਓ। ਜਿੱਦਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਟਾਈਮ ਦੇ ਉੱਤੇ ਲਾਈਵ ਦੇਖਿਆ ਫੇਸਬੁੱਕ ਦੇ ਉੱਤੇ, ਈ ਬਾਬਾ ਇੰਟਰਟੇਨਮੈਂਟ ਦੇ ਉੱਤੇ, ਟੀਵੀ ਚੈਨਲ ਤੇ ਉੱਤੇ ਤਾਂ ਤੁਸੀਂ ਦੇਖ ਹੀ ਰਹੇ ਹੋ। ਇਸ ਤੋਂ ਇਲਾਵਾ ਤੁਸੀਂ roku ਤੇ ਸ਼ਾਵਾ ਤੇ ਔਰ ਬਹੁਤ ਸਾਰੇ ਹੋਰ ਪਲੇਟਫਾਰਮ ਨੇ ਜਿਨ੍ਹਾਂ ਤੇ ਤੁਸੀਂ ਇਸ ਟਾਈਮ ਦੇ ਉੱਤੇ ਵਰਲਡ ਵਾਈਡ ਇਸ ਪ੍ਰੋਗਰਾਮ ਨੂੰ ਦੇਖਿਆ ਹੋਵੇਗਾ। ਆਪਣੇ ਕਮੈਂਟ ਜ਼ਰੂਰ ਸਾਡੇ ਤੱਕ ਪਹੁੰਚਦੇ ਕਰਿਓ। ਸੋ ਆਪਾਂ ਕੱਲ੍ਹ ਦੁਬਾਰਾ 9:30 ਵਜੇ ਟੋਰਾਂਟੋ ਸਮੇਂ ਮੁਤਾਬਕ ਤੇ ਇੰਡੀਆ ਸਮੇਂ ਮੁਤਾਬਕ 7 ਵਜੇ ਤੁਹਾਡੇ ਕੋਲ ਦੁਬਾਰਾ ਹਾਜ਼ਰੀ ਲਵਾਵਾਂਗੇ। ਸੋ ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਆਪਾਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਸੋ ਭੈ ਕਾਹੂ ਕੋ ਦੇਤਨਾ ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਬੁਲਾਓ ਬਰਾੜ ਸਾਹਿਬ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।